पंजाब किस कदर पीड़ा चों दी निकल रहा है तो दूजे पासे गवर्नर ते मुख मंत्री है किस कदर टकरा रहे हैं। किवें देखदे हो इस स्थिति नूं? पर बड़ी शर्म वाली गल है कि जिहड़ा मुख मंत्री है पंजाब का वो गवर्नर साहब नूं टिच जाण जनानियां वांगू गली दी जनानियां वांगू मैं कहूँगा मेहणो मेहणी उन्हां दे नाल हुंदे आ। जिहड़े उन्हां नूं पुछे बड़े वाजिब सवाल सी उन्हां दे जिक्र कोई और सरकार को भी आम आदमी पार्टी की सरकार को थोड़ी ये गल समझ आएगी कि भाई ये गवर्नर ऑफिस को कुछ इन्फॉर्मेशन मंडी बना रही है और क्या आप गवर्नर ऑफिस को मंडी इन्फॉर्मेशन का जवाब दे दईए कि टकराव में ना लिया जा सकता है। और सुप्रीम कोर्ट ने बड़ी क्लियर कट डायरेक्शन दित्तियां होईयां सी कि गवर्नर साहब का राइट बनता है कि जो उन्होंने किसी चीज़ की कोई जानकारी चाहिए है तो जानकारी उन्होंने प्रोवाइड करनी चाहिए। और जो सूबे का मुख्यमंत्री पब्लिक मीटिंग जाके गल्लां बोले कि मैं तो लोगों को जवाब दे लोगों ने मैं चुन के भेजा मैं गवर्नर को जवाब दे नहीं गा तो बेसिकली जो हिंदुस्तान का संविधान है ना वो खिलाफ ही गल करते पे। ਜਦੋਂ ਸਾਡੀ ਕੇਂਦਰ ਦੇ ਨਾਲ ਸਾਂਝ ਹੀ ਨਹੀਂ ਹੈਗੀ ਜਾਂ ਕੇਂਦਰ ਦੇ ਨਾਲ ਸਾਡਾ ਬਿਹੇਵ ਹੀ ਇਦਾਂ ਦਾ ਹੈ ਫਿਰ ਦੇਖੋ ਗਵਰਨਰ ਸਾਹਿਬ ਜੋ ਹੈ ਰਾਸ਼ਟਰਪਤੀ ਦੁਆਰਾ ਚੁਣਿਆ ਹੋਇਆ ਇੱਕ ਅਹੁਦਾ ਹੈ ਤੇ ਔਰ ਮੇਰੇ ਖਿਆਲ ਨਾਲ ਕਿ ਇੱਕ ਸੀਐਮ ਪਾਬੰਦ ਹੁੰਦਾ ਹੈ ਉਹਨਾਂ ਦੇ ਕੀਤੇ ਹੋਏ ਸਵਾਲਾਂ ਦਾ ਜਵਾਬ ਦੇਣ ਤੇ। ਫਿਰ ਤੁਸੀਂ ਸੈਸ਼ਨ ਸਾਧ ਰਹੇ ਹੋ ਔਰ ਉਹ ਸੰਵਿਧਾਨਿਕ ਦੱਸ ਰਹੇ ਹੋ ਉਹਨੂੰ ਫਿਰ ਜਦ ਤੱਕ ਤੁਸੀਂ ਇਜਾਜ਼ਤ ਨਹੀਂ ਲਈ ਗਵਰਨਰ ਕੋਲੋਂ ਤਾਂ ਉਹ ਸੰਵਿਧਾਨਿਕ ਨਹੀਂ ਹੋ ਸਕਦਾ। ਤੁਹਾਨੂੰ ਇਜਾਜ਼ਤ ਲੈਣੀ ਜ਼ਰੂਰੀ ਸੀ। ਫਿਰ ਔਰ ਦੂਸਰੀ ਗੱਲ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਸੈਸ਼ਨ ਦੇ ਉੱਤੇ ਘੱਟ ਤੋਂ ਘੱਟ 70-80 ਲੱਖ ਰੁਪਏ ਦਾ ਖਰਚਾ ਆ ਜਾਂਦਾ ਹੈ ਤੇ ਉਹ ਪਰ ਪੈਸੇ ਕਿਹਦੇ ਨੇ? ਗਵਰਨਰ ਦੇ ਵਿੱਚੋਂ ਬੀਜੇਪੀ ਦਿਸਦੀ ਆ ਜਿਹੜੀ ਕਿ ਗਵਰਨਰ ਦੇ ਅਹੁਦੇ ਵਿੱਚੋਂ ਨਹੀਂ ਦਿਸਣੀ ਚਾਹੀਦੀ। ਪੰਜਾਬ ਦੇ ਵਿੱਚ ਪੋਲੀਟੀਕਲ ਸਟੇਬਿਲਿਟੀ ਆਈ ਆ ਬੇਅੰਤ ਸਿੰਘ ਦੀ ਅਸੈਸੀਨੇਸ਼ਨ ਤੋਂ ਔਨਵਰਡ ਤੇ ਉਦੋਂ 20 ਸਾਲ ਦਾ ਜਿਹੜਾ ਸਮਾਂ ਸੀਗਾ ਉਹ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਵਰਗਿਆ ਉਹਨਾਂ ਦੀ ਸਮਝਦਾਰੀ ਲਾ ਲਓ ਉਹਨਾਂ ਦਾ ਠਰਮਾ ਲਾ ਲਓ ਕਿਵੇਂ ਵੀ ਲਾ ਲਓ ਉਹ ਮੈਨੇਜ ਕਰਕੇ ਸੈਂਟਰ ਨਾਲ ਸੰਬੰਧ ਠੀਕ ਰਹੇ ਤੇ ਸਾਨੂੰ ਕੋਈ ਇਹੋ ਜਿਹੀ ਦਿੱਕਤ ਨਹੀਂ ਹੋਈ। ਜਾਂ ਇੱਕ ਕੈਪਟਨ ਅਮਰਿੰਦਰ ਸਿੰਘ ਦੀ ਸਟੇਟ ਮੈਨਸ਼ਿਪ ਜਿਹੜੀ ਲੀਡਰਸ਼ਿਪ ਸੀਗੀ ਉਹ ਲਾ ਲਓ ਵੀ ਪੈਰਲਰ ਸਾਰਾ ਕੁਝ ਇੱਕ ਹਿਸਾਬ ਦੇ ਨਾਲ ਚੱਲਦਾ ਰਿਹਾ ਵਾ ਕੋਈ ਗਵਰਨਰ ਨੇ ਉਹੋ ਜਿਹਾ ਕੋਈ ਅੜਿੱਕਾ ਨਹੀਂ ਲਾਇਆ ਜਿਹੜਾ ਅੱਜ ਲੱਗ ਰਿਹਾ ਵਾ। ਇਹ ਗਵਰਨਰ ਦਾ ਰੇੜਕਾ ਤੇ ਅੱਜ ਮੌਜੂਦਾ ਪੰਜਾਬ ਸੀਐਮ ਦਾ ਰੇੜਕਾ ਇਹ ਤਕਰੀਬਨ ਸਾਲ ਦੀ ਸ਼ੁਰੂਆਤ ਤੋਂ ਹੀ ਸ਼ੁਰੂ ਹੋ ਗਿਆ ਸੀਗਾ ਜਦੋਂ ਬਜਟ ਸੈਸ਼ਨ ਨੂੰ ਲੈ ਕੇ ਗੱਲ ਹੋ ਰਹੀ ਸੀ। ਪਹਿਲਾ ਸਵਾਲ ਤਾਂ ਇਹੀ ਗਵਰਨਰ ਸਾਹਿਬ ਵੱਲੋਂ ਪੁੱਛਿਆ ਗਿਆ। ਗਵਰਨਰ ਸਾਹਿਬ ਪੁੱਛ ਸਕਦੇ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੇ ਨਾਲ ਹੀ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਗਵਰਨਰ ਸੀਐਮ ਤੋਂ ਪੁੱਛਣ ਜਾਂ ਕੈਬਨਿਟ ਤੋਂ ਪੁੱਛਣ ਦੇ ਵਿੱਚ ਜ਼ਿਆਦਾ ਪਾਵਰਸ ਰੱਖਦਾ ਕੰਪੈਰੀਟਿਵ ਟੂ ਪ੍ਰੈਜ਼ੀਡੈਂਟ। ਤੁਸੀਂ ਇਹ ਦੇਖੋ ਕਿ ਫਰਸਟ ਡੇ ਤੋਂ ਕਿ ਆਮ ਆਦਮੀ ਪਾਰਟੀ ਦਾ ਕੰਮ ਕੀ ਹੈਗਾ। ਇੱਕ ਤਾਂ ਮੀਡੀਆ ਕੌਨਸ਼ੀਅਸ ਪਾਰਟੀ ਹੈ ਔਰ ਦੂਸਰੀ ਇਹਨਾਂ ਦਾ ਐਡਵਰਟਾਈਜ਼ ਸ਼ੁਰੂ ਦਿਨ ਤੋਂ ਜੋ ਇਹ ਗਰੰਟੀਆਂ ਲੈ ਕੇ ਆਏ ਸੀ ਜੋ 3 ਕਰੋੜ ਜਨਤਾ ਨੂੰ ਵਾਅਦਾ ਕੀਤਾ ਸੀ ਉੱਤੇ ਤਾਂ ਬਿਲਕੁਲ ਹੀ ਫੇਲੀਅਰ ਸਿੱਧ ਹੋਏ ਨੇ ਤਾਂ ਹੀ ਗਵਰਨਰ ਨੂੰ ਇੰਟਰਫੇਅਰ ਕਰਨਾ ਪਿਆ ਸੀ। ਦੂਸਰੀ ਗੱਲ ਸਰਕਾਰਾਂ ਨੂੰ ਭੰਡਣ ਦੀ ਗੱਲ ਤਾਂ ਇੰਨਾ ਕੀਤੀ ਲੋਕਾਂ ਨੇ ਇੱਡਾ ਵੱਡਾ ਲੋਕ ਫਤਵਾ ਦਿੱਤਾ ਇਹਨਾਂ ਨੂੰ 92 ਸੀਟਾਂ ਮਿਲੀਆਂ ਲੋਕਾਂ ਨੇ ਚੇਂਜ ਲਈ ਇਹਨਾਂ ਨੂੰ ਚੁਣਿਆ ਤੇ ਇਹਨਾਂ ਕੋਲੇ ਜਦੋਂ ਤੁਸੀਂ ਜਵਾਬ ਲਓਗੇ ਇਹ ਪਿਛਲੀਆਂ ਸਰਕਾਰਾਂ ਕਰ ਗਈਆਂ ਰਵੈਤੀ ਪਾਰਟੀਆਂ ਕਰ ਗਈਆਂ। ਤੁਸੀਂ ਕੀ ਕੀਤਾ? ਤੁਹਾਡਾ ਹੋਮਵਰਕ ਕੀ ਹੈ 15 ਮਹੀਨਿਆਂ ਦਾ ਜੋ ਤੁਸੀਂ ਪੰਜਾਬ ਨੂੰ ਵਾਅਦੇ ਕੀਤੇ ਸੀ ਹਰ ਜਗ੍ਹਾ ਤੁਸੀਂ ਫੇਲ ਹੋ। ਜੇ ਅੱਜ ਨਸ਼ਿਆਂ ਦੀ ਗੱਲ ਕਰ ਲਓ ਨਸ਼ੇ 10 ਗੁਣਾ ਨੇ। ਭ੍ਰਿਸ਼ਟਾਚਾਰ ਜਿੱਥੇ ਸਾਡੇ ਸੀਐਮ ਸਾਹਿਬ ਕਹਿੰਦੇ ਸੀ ਮੇਰਾ ਹਰਾ ਪੈਨ ਚੱਲੂਗਾ ਤੇ ਕੋਈ ਐਜੀਟੇਸ਼ਨ ਨਹੀਂ ਲੱਗੂਗਾ ਕੋਈ ਧਰਨਾ ਨਹੀਂ ਲੱਗੂਗਾ ਅੱਜ ਹਰ ਵਰਗ ਇਹਨਾਂ ਨੂੰ ਰੋ ਰਿਹਾ ਹਰ ਵਰਗ ਸੜਕਾਂ ਤੇ ਹੈ ਹਰ ਵਰਗ ਧਰਨੇ ਲਾ ਕੇ ਬੈਠਾ ਹੈ। ਕਿਉਂਕਿ ਪਹਿਲਾਂ ਵੀ ਗੱਲ ਕੀਤੀ ਹੈ ਵੀ ਜਿਹੜੇ ਦੋਨੇ ਅਹੁਦੇ ਹੈਗੇ ਸੰਵਿਧਾਨਕ ਅਹੁਦੇ ਪੈਰਲਰ ਇੱਕ ਦੂਜੇ ਦੇ ਨਾਲ ਤਾਲਮੇਲ ਬਣਾ ਕੇ ਚੱਲਣਾ ਪੈਣਾ। ਪਰ ਭਗਵੰਤ ਮਾਨ ਸਾਹਿਬ ਹੋਰਾਂ ਦੇ ਮਤਲਬ ਕਿ ਰਵੱਈਆ ਹੀ ਇਦਾਂ ਦਾ ਇਨਮੈਚੁਰ। ਜਿਵੇਂ ਬੂਟਾ ਜੀ ਨੇ ਗੱਲ ਦੱਸੀ ਵੀ ਪਹਿਲਾਂ ਵੀ ਆਇਆ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਨਿੰਮ ਕੇ ਸਾਰੇ ਸੈਂਟਰ ਤੋਂ ਕੰਮ ਲੈਂਦੇ ਆਏ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਰੱਖਿਆ। ਜੇ ਅਸੀਂ ਕਿਸੇ ਤੋਂ ਆਂਢ ਗੁਆਂਢ 'ਚ ਵੀ ਕੋਈ ਚੀਜ਼ ਲੈਣੀ ਹੁੰਦੀ ਹੈ ਸਾਨੂੰ ਨਿਮਰਤਾ ਤਾਂ ਰੱਖਣੀ ਪੈਂਦੀ ਹੈ। ਤੇ ਜੇ ਅਸੀਂ ਧੌਣ ਦੇ 'ਚ ਕਿੱਲਾ ਰੱਖਾਂਗੇ ਵੀ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ ਭਾਈ ਜੇ ਤੂੰ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਗਵਰਨਰ ਆ ਤੇ ਉਹ ਤੇਰੇ ਨਾਲ ਉੱਪਰ ਪੋਸਟ ਹੈਗੀ ਹੈ ਸੰਵਿਧਾਨਕ ਤੌਰ ਤੇ ਤੈਨੂੰ ਉਹਦੀ ਗੱਲ ਮੰਨਣੀ ਪੈਣੀ ਆ। ਇਹ ਇਹਨਾਂ ਨੂੰ ਪੰਜਾਬ ਦੀ ਚਿੰਤਾ ਹੋਵੇ ਨਾ ਸਿੱਧੂ ਸਾਹਿਬ ਇਹ ਗਵਰਨਰ ਆਫਿਸ ਨਾਲ ਇੱਕ ਕੋਆਰਡੀਨੇਸ਼ਨ ਬਣਾ ਕੇ ਰੱਖਣ ਔਰ ਸੈਂਟਰ ਨਾਲ ਵੀ ਕੋਆਰਡੀਨੇਸ਼ਨ ਬਣਾ ਕੇ ਰੱਖਣ ਕਿਉਂਕਿ ਅਲਟੀਮੇਟਲੀ ਜਿਹੜੇ ਫੰਡ ਆਦੇ ਹੁੰਦੇ ਉਹ ਸੈਂਟਰ ਤੋਂ ਆਦੇ ਹੁੰਦੇ ਪਰ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਨਹੀਂ ਅਜੀਬ ਤਰੀਕੇ ਦਾ ਐਟੀਟਿਊਡ ਅਡਾਪਟ ਕੀਤਾ ਹੋਇਆ ਹੈ। ਇਹਨਾਂ ਨੇ ਗਵਰਨਰ ਆਫਿਸ ਨਾਲ ਵੀ ਲੜਾਈ ਪਾ ਕੇ ਰੱਖੀ ਹੋਈ ਹੈ ਔਰ ਕੇਂਦਰ ਦੀ ਸਰਕਾਰ ਨਾਲ ਵੀ ਲੜਾਈ ਪਾ ਕੇ ਰੱਖੀ ਹੋਈ ਹੈ।
ਜਿਹੜੀ ਤੋਰ ਜਾਂ ਜਿਹੜੀ ਰਫ਼ਤਾਰ ਜਾਂ ਜਿਹੜਾ ਰਸਤਾ ਅਸੀਂ ਇਹ ਫੜ ਲਿਆ ਵਾ ਅੱਜ ਪੰਜਾਬ ਦੇ ਸਰਕਾਰ ਨੇ ਤੇ ਗਵਰਨਰ ਸਾਹਿਬ ਨੇ, ਇਹ ਕੋਈ ਸਿਖਾਲਾ ਨਹੀਂਗਾ। ਪੰਜਾਬ ਵਰਗੇ ਜਿਹੜਾ ਇੱਕ ਬਾਰਡਰ ਸਟੇਟ ਆ ਜਿੱਥੇ ਪੈਸੇ ਹੈ ਨਹੀਂਗੇ, ਜੇ ਮੈਂ ਅਗਲੇ ਐਪੀਸੋਡ ਵਿੱਚ ਗੱਲ ਕਰੂੰਗੀ ਵੀ ਜਿਸ ਹਿਸਾਬ ਦਾ ਮਾਹੌਲ ਬਣਿਆ ਆਰਟੀਕਲ 356 ਦਾ ਵੀ ਯੂਜ਼ ਹੋ ਸਕਦਾ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ। ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਉਹਨਾਂ ਦਾ ਆਪਸੀ ਟਕਰਾਅ ਘੱਗਰ ਦਰਿਆ ਦੇ ਹੜ੍ਹ ਵਰਗਾ ਨਜ਼ਰ ਆ ਰਿਹਾ ਹੈ। ਜਿਸ ਕਦਰ ਉਹ ਦਰਿਆ ਨੇ ਕਿਸਾਨੀ ਦੀਆਂ ਫਸਲਾਂ ਨੂੰ ਤਬਾਹ ਕੀਤਾ, ਬਹੁਤ ਭਾਰੀ ਨੁਕਸਾਨ ਕੀਤਾ। ਵੱਡਾ ਸਵਾਲ ਹੈ ਗਵਰਨਰ ਤੇ ਮੁੱਖ ਮੰਤਰੀ ਦਾ ਟਕਰਾਅ ਕਿਸ ਕਦਰ ਪੰਜਾਬ ਦਾ ਨੁਕਸਾਨ ਕਰ ਸਕਦਾ ਹੈ। ਗਵਰਨਰ ਵੱਲੋਂ ਪੱਤਰ, ਮੁੱਖ ਮੰਤਰੀ ਵੱਲੋਂ ਜਵਾਬ, ਫਿਰ ਗਵਰਨਰ ਵੱਲੋਂ ਪੱਤਰ। ਗਵਰਨਰ ਆਖ ਰਹੇ ਹੈ ਕਿ ਜੋ ਪੰਜਾਬ ਵਿਧਾਨ ਸਭਾ ਦਾ ਖਾਸ ਵਿਸ਼ੇਸ਼ ਸੈਸ਼ਨ ਸੀ ਉਹ ਸੰਵਿਧਾਨ ਮੁਤਾਬਕ ਨਹੀਂ, ਗੈਰ ਸੰਵਿਧਾਨਿਕ। ਮੁੱਖ ਮੰਤਰੀ ਜਵਾਬ 'ਚ ਆਖ ਰਹੇ ਹੈ ਕਿ ਪੂਰੀ ਤਰ੍ਹਾਂ ਸੰਵਿਧਾਨਿਕ ਹੈ। ਕੌਣ ਕਰੇਗਾ ਫੈਸਲਾ? ਇਹ ਮੈਂ ਲਾਈਨ ਇਸ ਕਰਕੇ ਵੀ ਬੋਲੀ ਹੈ ਕਿ ਪੰਜਾਬ 'ਚ ਜਿਸ ਕਦਰ ਵੱਡੀ ਤਬਾਹੀ ਹੜ੍ਹਾਂ ਕਾਰਨ ਹੋ ਰਹੀ ਹੈ, ਜੇ ਉਹ ਸੂਬੇ ਦੇ ਦੋ ਚੋਟੀ ਦੇ ਨੇਤਾ ਗਵਰਨਰ, ਮੁੱਖ ਮੰਤਰੀ, ਇਹਨਾਂ ਤੋਂ ਵੱਡਾ ਹੋਰ ਕੌਣ ਹੋ ਸਕਦਾ ਹੈ ਜੋ ਆਪਸ ਵਿੱਚ ਮਿਹਣੋ ਮਿਹਣੀ ਹੋ ਰਹੇ ਹੋਣ, ਤਾਂ ਸੂਬੇ ਦੀ ਸਾਰ ਕੌਣ ਲਏਗਾ? ਇਹਨਾਂ ਮੁੱਦਿਆਂ 'ਤੇ ਮੇਰੇ ਨਾਲ ਪੈਨਲ ਚਰਚਾ ਸਾਡੇ ਮਹਿਮਾਨ ਜਿਹੜੇ ਬੇਨਤੀ ਪ੍ਰਵਾਨ ਕਰਕੇ ਜੁੜੇ ਹੈ, ਉਹਨਾਂ ਸੰਜੇ ਕਪੂਰ ਜੀ ਨੇ, ਭਾਰਤੀ ਜਨਤਾ ਪਾਰਟੀ ਦੇ ਕਦਾਵਰ ਬੁਲਾਰੇ ਨੇ, ਰਾਣਾ ਚਾਹਲ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਨੇ, ਇਸੇ ਤਰੀਕੇ ਨਾਲ ਬੀਬਾ ਜਸਵਿੰਦਰ ਕੌਰ ਸੋਹਲ ਸ਼੍ਰੋਮਣੀ ਅਕਾਲੀ ਦਲ ਦੇ ਜਾਣੇ ਪਹਿਚਾਣੇ ਚਿਹਰੇ ਤੇ ਬੁਲਾਰੇ, ਡਾਕਟਰ ਬੂਟਾ ਸਿੰਘ ਬਰਾਗੀ ਰਾਜਸੀ ਵਿਸ਼ਲੇਸ਼ਕ, ਸਾਡੇ ਦਰਸ਼ਕਾਂ ਦੀ ਪਹਿਚਾਣ। ਸਾਰੇ ਮਹਿਮਾਨਾਂ ਨੂੰ ਮੈਂ ਤਹਿ ਦਿਲ ਤੋਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਰਾਣਾ ਚਾਹਲ, ਤੁਸੀਂ ਮੁੱਖ ਵਿਰੋਧੀ ਧਿਰ ਦੀ ਨੁਮਾਇੰਦਗੀ ਕਰਦੇ ਹੋ। ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ, ਪੰਜਾਬ ਕਿਸ ਕਦਰ ਪੀੜਾ 'ਚੋਂ ਦੀ ਨਿਕਲ ਰਿਹਾ ਹੈ ਤੇ ਦੂਜੇ ਪਾਸੇ ਗਵਰਨਰ ਤੇ ਮੁੱਖ ਮੰਤਰੀ ਹੈ ਕਿਸ ਕਦਰ ਟਕਰਾ ਰਹੇ ਹੈ, ਕਿਵੇਂ ਦੇਖਦੇ ਹੋ ਇਸ ਸਥਿਤੀ ਨੂੰ? ਦੇਖੋ ਜਗਤਾਰ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਆਪਾਂ ਇਹ ਦੋ ਪਹਿਲੂਆਂ ਤੇ ਤੁਸੀਂ ਸਵਾਲ ਕੀਤਾ ਤੇ ਦੋਨਾਂ ਦਾ ਅੱਡ ਮੈਂ ਜਵਾਬ ਦੇਵਾਂਗਾ। ਪਹਿਲਾਂ ਤੁਸੀਂ ਗੱਲ ਕੀਤੀ ਗਵਰਨਰ ਸਾਹਿਬ ਦੀ ਤੇ ਮੁੱਖ ਮੰਤਰੀ ਸਾਹਿਬ ਦੀ। ਜੀ, ਬੜੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਗਵਰਨਰ ਦਾ ਸੰਵਿਧਾਨਿਕ ਅਹੁਦਾ ਹੈ ਤੇ ਕਾਨੂੰਨ ਦੇ ਮੁਤਾਬਕ ਵੀ ਇਹ ਗੱਲ ਵਿੱਚ ਆਰਟੀਕਲਸ ਦੇ ਆਉਂਦੀ ਹੈ ਕਿ ਸਾਨੂੰ ਜੋ ਆਦੇਸ਼ ਜਾਂ ਹੁਕਮ ਦਿੱਤੇ ਪੈਂਦੇ ਉਹਨਾਂ ਦੀ ਜਾਣਕਾਰੀ ਸਾਨੂੰ ਮੁੱਖ ਮੰਤਰੀ ਨੂੰ, ਗਵਰਨਰ ਨੂੰ ਦੇਣੀ ਪੈਣੀ ਹੈ। ਪਰ ਬੜੀ ਸ਼ਰਮ ਵਾਲੀ ਗੱਲ ਹੈ ਕਿ ਜਿਹੜਾ ਮੁੱਖ ਮੰਤਰੀ ਹੈ ਪੰਜਾਬ ਦਾ, ਉਹ ਗਵਰਨਰ ਸਾਹਿਬ ਨੂੰ ਟਿੱਚ ਜਾ, ਜਨਾਨੀਆਂ ਵਾਂਗੂ, ਗਲੀ ਦੀਆਂ ਜਨਾਨੀਆਂ ਵਾਂਗੂ ਮੈਂ ਕਹੂੰਗਾ, ਮਿਹਣੋ ਮਿਹਣੀ ਉਹਨਾਂ ਦੇ ਨਾਲ ਹੁੰਦੇ ਆ। ਜਿਹੜੇ ਉਹਨਾਂ ਨੂੰ ਪੁੱਛੇ ਬੜੇ ਵਾਜਬ ਸਵਾਲ ਸੀ, ਉਹਨਾਂ ਦੇ ਅਜੇ ਤੱਕ ਕੋਈ ਪੰਜਾਬ ਲਈ ਸੋਚ ਕੀ ਆ। ਤੇ ਜਿੱਥੇ ਤੱਕ ਤੁਸੀਂ ਹੜ੍ਹਾਂ ਦੀ ਗੱਲ ਕਰਦੇ ਹੋ, ਹੜ੍ਹਾਂ ਦੇ ਵਿੱਚ ਪੰਜਾਬ ਦੀ ਸਥਿਤੀ ਇੰਨੀ ਬੁਰੀ, ਪੰਜਾਬ ਦੇ ਲੋਕਾਂ ਦੀ ਸਹਾਇਤਾ ਕੀਤੀ, ਪਰ ਪੰਜਾਬ ਸਰਕਾਰ ਕਿ ਸਾਡਾ ਅਜੇ ਵੀ ਬੜੀਆਂ ਜਗ੍ਹਾਵਾਂ ਇਹ ਜਿਹੀਆਂ ਹੈਗੀਆਂ ਜਿੱਥੇ ਕਿ ਜਾਂਦਾ ਜਿਹੜਾ ਰਾਸ਼ਨ ਪਹੁੰਚਾ ਰਹੀਆਂ ਕੁੜੀਆਂ ਵਾਲੀ ਸਰਕਾਰ ਹਰੇਕ ਜਗ੍ਹਾ ਦੇ ਉੱਪਰ ਉਹਨਾਂ ਰਾਸ਼ਨਾਂ ਦੇ ਸਟਿੱਕਰ ਲਾ ਕੇ ਵੰਡ ਰਹੀਆਂ। ਸੋ ਤੁਸੀਂ ਸਮਝ ਸਕਦੇ ਹੋ ਕਿ ਆਪਦੇ ਸੂਬੇ ਦੇ ਲੋਕਾਂ ਪ੍ਰਤੀ ਇਹ ਸਰਕਾਰ ਕਿੰਨੀ ਕੁ ਜਾਗਰੂਕ ਆ ਜਾਂ ਉਹਨਾਂ ਦਾ ਧਿਆਨ ਰੱਖਣ ਵਾਲੀ ਆ। ਮੁੱਖ ਮੰਤਰੀ ਪੰਜਾਬ ਦੇ ਵਿੱਚ ਹੜ੍ਹ ਆਏ ਹੋਣ ਤੇ ਪੰਜਾਬ ਦੇ ਦੂਜੀਆਂ ਸਟੇਟਾਂ ਦੀਆਂ ਸੈਰਾਂ ਸਾਲ ਦੇ ਵਿੱਚ ਵਾਕਈ ਨਹੀਂ ਏਦਾਂ ਦਾ ਬਦਲਾਅ ਆਇਆ ਕਿ ਮੁੱਖ ਮੰਤਰੀ ਨੂੰ ਪੰਜਾਬ ਨਾ ਹੋਵੇ, ਪੰਜਾਬ ਡੁੱਬ ਰਿਹਾ ਹੋਵੇ, ਤੇ ਨਾ 70 ਸਾਲ ਦੇ ਚ ਏਦਾਂ ਦੀ ਕੋਈ ਐਗਜ਼ਾਮਪਲ ਕਿ ਮੰਤਰੀ ਗਵਰਨਰ ਨੂੰ ਕੋਈ ਨਾ ਮਿਲੇ। ਜੀ ਰਾਣਾ ਚਾਹਲ, ਤੁਹਾਡਾ ਵਿਊ ਪੁਆਇੰਟ ਆ ਗਿਆ। ਆਪਾਂ ਫੇਰ ਆਵਾਂਗੇ ਤੁਹਾਡੇ ਨਾਲ, ਇਸ ਮੁੱਦੇ ਤੇ ਮੈਂ ਚਰਚਾ ਲਵਾਂਗਾ।
ਆਪਣੀ ਟੀਮ ਨੂੰ ਕਹਾਂਗਾ ਥੋੜਾ ਸੰਪਰਕ ਕਰਨਗੇ ਰਾਣਾ ਚਾਲ ਦੇ ਨਾਲ। ਕੋਈ ਟੈਕਨੀਕਲ ਵਜ੍ਹਾ ਕਰਕੇ ਸ਼ਾਇਦ ਵਿਚਕਾਰ ਕਿਤੇ ਆਵਾਜ਼ ਦੀ ਦਿੱਕਤ ਵੀ ਆ ਰਹੀ ਸੀ। ਕਪੂਰ ਜੀ, ਇਸ ਮਾਮਲੇ ਤੇ ਮੈਂ ਗੱਲ ਕਰ ਰਿਹਾ, ਦੇਖੋ ਸਵਾਲ ਜ਼ਰੂਰ ਆਪਾਂ ਗੱਲ ਕੀਤਾ ਹੜ੍ਹ ਦੀ, ਲੋਕਾਂ ਦੀ ਤਰਾਸਦੀ ਦੀ, ਪਰ ਸਵਾਲ ਵੱਡਾ ਮੁੜ ਕਿੜ ਕੇ ਇਹੀ ਹੈ ਕਿ ਜਦੋਂ ਸਟੇਟ ਦੇ ਅੰਦਰ ਦੋਨੇ ਵੱਡੇ ਅਹੁਦੇ ਤੁਸੀਂ ਆਪ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਗਵਰਨਰ ਹੋਵੇ, ਮੁੱਖ ਮੰਤਰੀ ਹੋਣ, ਤੇ ਉਹਨਾਂ ਦੇ ਇਸ ਕਦਰ ਟਕਰਾਅ ਹੋਵੇ ਤਾਂ ਫਿਰ ਸੂਬੇ ਦੀਆਂ ਮੁਸ਼ਕਲਾਂ ਵੱਲ ਕਿਸ ਦਾ ਧਿਆਨ ਜਾਏਗਾ? ਕੌਣ ਸਾਰ ਲਏਗਾ ਸੂਬੇ ਦੀ? ਗਵਰਨਰ ਕਹਿ ਰਹੇ ਕਿ ਗੈਰ ਸੰਵਿਧਾਨਕ ਗੱਲਾਂ ਹੋ ਰਹੀਆਂ, ਮੁੱਖ ਮੰਤਰੀ ਕਹਿ ਰਿਹਾ ਸੰਵਿਧਾਨਕ ਹੋ ਰਹੀਆਂ। ਇਹੋ ਜਿਹੇ ਟਕਰਾਅ ਦਾ ਮੈਂ ਬੀਂਗ ਜਰਨਲਿਸਟ ਇਹ ਗੱਲ ਕਹਿ ਸਕਦਾ ਕਪੂਰ ਸਾਹਿਬ ਕਿ ਸੁਭਾਵਿਕ ਹੈ ਸੂਬੇ ਦੀ ਮਸ਼ੀਨਰੀ ਦੇ ਉੱਤੇ, ਸੂਬੇ ਦੇ ਹਰ ਕੰਮ ਕਾਜ ਦੇ ਉੱਤੇ ਅਸਰ ਪੈਣਾ ਸੁਭਾਵਿਕ ਹੈ। ਹੋ ਨਹੀਂ ਸਕਦਾ ਕਿ ਇਹਦਾ ਇਫੈਕਟ ਨਾ ਪਏ। ਜੀ ਕਪੂਰ ਸਾਹਿਬ। ਸਿੱਧੂ ਸਾਹਿਬ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਮੁਤਫਿਕ ਹੈਗਾ ਵਾਂ ਕਿ ਜਦੋਂ ਐਡੀ ਦੋ ਵੱਡੀਆਂ ਕਨਸਟੀਟਿਊਸ਼ਨਲ ਫੋਰਸ ਦੇ ਵਿੱਚ ਟਕਰਾਅ ਹੋਵੇ ਤੇ ਉਹਦਾ ਖਾਮਿਆਜ਼ਾ ਜਿਹੜਾ ਪ੍ਰਦੇਸ਼ ਉਹਦੀ ਜਨਤਾ ਨੂੰ ਭੁਗਤਣਾ ਪੈਂਦਾ ਹੈਗਾ। ਜੀ, ਸੁਪਰੀਮ ਕੋਰਟ ਦੀ ਜਜਮੈਂਟ ਤੋਂ ਬਾਅਦ ਮੈਂ ਸਮਝਦਾ ਹੈਗਾ ਸੀ ਕਿ ਟਕਰਾਅ ਕਾਫੀ ਹੱਦ ਤੱਕ ਘਟੇਗਾ ਔਰ ਸਰਕਾਰ ਨੂੰ ਵੀ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਥੋੜੀ ਇਹ ਗੱਲ ਸਮਝ ਆਏਗੀ ਕਿ ਵੀ ਜੇ ਗਵਰਨਰ ਆਫਿਸ ਤੋਂ ਕੁਝ ਇਨਫੋਰਮੇਸ਼ਨ ਮੰਗੀ ਜਾ ਰਹੀ ਹੈ ਔਰ ਜੇ ਆਪਾਂ ਗਵਰਨਰ ਆਫਿਸ ਤੋਂ ਮੰਗੀ ਹੋਈ ਇਨਫੋਰਮੇਸ਼ਨ ਦਾ ਜਵਾਬ ਦੇ ਦਈਏ ਤੇ ਟਕਰਾਅ ਨੂੰ ਟਾਲਿਆ ਜਾ ਸਕਦਾ ਹੈ। ਔਰ ਸੁਪਰੀਮ ਕੋਰਟ ਨੇ ਬੜੀ ਕਲੀਅਰ ਕੱਟ ਡਾਇਰੈਕਸ਼ਨ ਦਿੱਤੀਆਂ ਹੋਈਆਂ ਸੀ ਕਿ ਗਵਰਨਰ ਸਾਹਿਬ ਦਾ ਰਾਈਟ ਬਣਦਾ ਹੈ ਕਿ ਜੇ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਜਾਣਕਾਰੀ ਚਾਹੀਦੀ ਹੀ ਹੈ ਤੇ ਉਹ ਜਾਣਕਾਰੀ ਉਹਨਾਂ ਨੂੰ ਪ੍ਰੋਵਾਈਡ ਕਰਨੀ ਚਾਹੀਦੀ ਹੈ। ਹੁਣ ਜੇ ਤੁਸੀਂ ਆਰਟੀਕਲ 167 ਕਨਸਟੀਟਿਊਸ਼ਨ ਦਾ ਦੇਖੋ, ਆਰਟੀਕਲ 167 ਜਿਹੜਾ ਕਨਸਟੀਟਿਊਸ਼ਨ ਦਾ ਬੜੀ ਕਲੀਅਰਲੀ ਕਹਿੰਦਾ ਹੈਗਾ ਵਾ ਕਿ ਜੇ ਗਵਰਨਰ ਸਾਹਿਬ ਦੇ ਆਫਿਸ ਕੋਈ ਵੀ ਇਨਫੋਰਮੇਸ਼ਨ ਬੇਸਿਕਲੀ ਸਰਕਾਰ ਕੋਲੋਂ ਮੰਗਦੇ ਹੈਗੇ ਹੈ ਤੇ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨਫੋਰਮੇਸ਼ਨ ਉਹਨਾਂ ਨੂੰ ਦੇਵੇ। ਗਵਰਨਰ ਸਾਹਿਬ ਨੇ ਤੁਹਾਨੂੰ ਧਿਆਨ ਹੋਏਗਾ ਕਿ ਪਿੱਛੇ ਬੜੀਆਂ ਚਿੱਠੀਆਂ ਵੀ ਇਹਨਾਂ ਨੂੰ ਲਿਖੀਆਂ ਜਿਹਨੂੰ ਮੁੱਖ ਮੰਤਰੀ ਜੀ ਨੇ ਮਜ਼ਾਕ ਦੇ ਵਿੱਚ ਲਵ ਲੈਟਰਸ ਕਹਿ ਕੇ ਟਾਲ ਦਿੱਤਾ। ਉਹ ਚਿੱਠੀਆਂ ਦੇ ਜਵਾਬ ਅੱਜ ਤੱਕ ਵੀ ਦਿੱਤੇ ਨਹੀਂ ਗਏ। ਮੈਨੂੰ ਤਾਂ ਸਭ ਤੋਂ ਵੱਡੀ ਹੈਰਾਨੀ ਇਹ ਹੁੰਦੀ ਹੈ ਕਿ ਇੱਕ ਚਿੱਠੀਆਂ ਦੇ ਜਵਾਬ ਦੇਣ 'ਚ ਸਰਕਾਰ ਨੂੰ ਕਿਆ ਇੰਨੀ ਵੱਡੀ ਡਿਫਿਕਲਟੀ ਆ ਰਹੀ ਹੈ। ਜੇ ਗਵਰਨਰ ਆਫਿਸ ਕੋਈ ਕਲੈਰੀਫਿਕੇਸ਼ਨ ਮੰਗਦਾ ਪਿਆ ਹੈਗਾ ਵੈ ਤੇ ਉਹਦੇ ਜਵਾਬ ਦੇਣ ਦੇ ਵਿੱਚ ਇਹਨਾਂ ਨੂੰ ਇੰਨੀ ਕੋਈ ਡਿਫਿਕਲਟੀ ਹੋਣੀ ਨਹੀਂ ਚਾਹੀਦੀ ਜੇ ਸਰਕਾਰ ਸਹੀ ਤਰੀਕੇ ਕੰਮ ਕਰਦੀ। ਜੀ ਜੀ ਕਪੂਰ ਸਾਹਿਬ, ਇੱਕ ਸਵਾਲ ਕਪੂਰ ਸਾਹਿਬ, ਆਈ ਐਮ ਸੌਰੀ ਕਿਉਂਕਿ ਆਪ ਦਾ ਕੋਈ ਨੁਮਾਇੰਦਾ ਨਹੀਂ, ਅਨਫੋਰਚੂਨੇਟ ਉਹ ਜਿਹੀਆਂ ਬਹਿਸਾਂ ਦੇ ਉੱਤੇ ਆਉਂਦੇ ਨਹੀਂ। ਖੈਰ ਇਹ ਪਾਰਟੀਆਂ ਨੇ, ਉਹਨਾਂ ਲੋਕਾਂ ਨੇ ਫੈਸਲੇ ਕਰਨੇ ਹੁੰਦੇ ਹੈ। ਪਰ ਮੈਂ ਬੀਂਗ ਜਰਨਲਿਸਟ ਜਦੋਂ ਦੂਜੀ ਧਿਰ ਵੱਲੋਂ ਸਵਾਲ ਉਠਾਇਆ ਜਾਂਦਾ ਤਾਂ ਮੈਂ ਉਹ ਸਵਾਲ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਕਿ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸਿੱਧੇ ਤੌਰ 'ਤੇ ਫੈਡਰਲ ਢਾਂਚੇ 'ਚ ਦਖਲ ਹੈ, ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਉਸ ਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ। ਅਸੈਂਬਲੀ ਨੇ 4 ਬਿੱਲ ਪਾਸ ਕੀਤੇ, ਉਹ ਬਿੱਲ ਵੀ ਉੱਥੇ ਦੇ ਉੱਥੇ ਪਏ ਹੈ, ਨਾ ਕਦੇ ਅੱਗੇ ਗਏ ਨਾ ਵਾਪਸ ਆਏ ਹੈ। ਇਹੋ ਜਿਹੀ ਸਥਿਤੀ ਦੇ ਵਿੱਚ ਜਿਹੜੀ ਮੈਂ ਗੱਲ ਕਹਿ ਰਿਹਾ ਫਿਰ ਸੁਭਾਵਿਕ ਹੈ ਕਿ ਕਿਸ ਤਰ੍ਹਾਂ ਸੂਬੇ ਦੀ ਮਸ਼ੀਨਰੀ ਕੰਮ ਕਰੇਗੀ। ਸਿੱਧੂ ਸਾਹਿਬ, ਮੈਂ ਤੁਹਾਡੇ ਸਵਾਲ ਦੇ ਦੋ ਪਹਿਲੂ ਹੁੰਦੇ ਜੀ। ਪਹਿਲੀ ਗੱਲ ਹੈਗੀ ਹੈ, ਤੁਸੀਂ ਕਿਹਾ ਕਿ ਚੁਣੀ ਹੋਈ ਸਰਕਾਰ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਚੁਣੀ ਹੋਈ ਸਰਕਾਰ ਨੂੰ ਕੰਮ ਕਰਨ ਤੋਂ ਕੋਈ ਨਹੀਂ ਰੋਕ ਰਿਹਾ, ਪਰ ਹਮੇਸ਼ਾ ਜਿਹੜਾ ਸੰਵਿਧਾਨ ਹੈਗਾ ਵੈ ਗਵਰਨਰ ਨੂੰ ਜੇ ਲਗਾਇਆ ਜਾਂਦਾ ਹੈ ਕਿਸੇ ਪ੍ਰਦੇਸ਼ ਦੇ ਵਿੱਚ ਤੇ ਉਹ ਇੱਕ ਸਾਡਾ ਕਨਸਟੀਟਿਊਸ਼ਨ ਦੇ ਵਿੱਚੋਂ ਪ੍ਰਸਕ੍ਰਾਈਬਡ ਹੈ, ਇਸ ਕਰਨ ਲਗਾਇਆ ਜਾਂਦਾ ਹੈਗਾ ਵੈ। ਔਰ ਜਦੋਂ ਸੂਬੇ ਦਾ ਮੁੱਖ ਮੰਤਰੀ ਪਬਲਿਕ ਮੀਟਿੰਗ ਦੇ ਵਿੱਚ ਜਾ ਕੇ ਇਹ ਗੱਲਾਂ ਬੋਲੇ ਕਿ ਮੈਂ ਤੇ ਲੋਕਾਂ ਨੂੰ ਜਵਾਬ ਦੇ ਰਿਹਾ, ਲੋਕਾਂ ਨੇ ਮੈਨੂੰ ਚੁਣ ਕੇ ਭੇਜਿਆ, ਮੈਂ ਗਵਰਨਰ ਨੂੰ ਜਵਾਬ ਦੇ ਨਹੀਂ ਹੈਗਾ, ਤੇ ਬੇਸਿਕਲੀ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਹੈ ਨਾ ਉਹਦੇ ਖਿਲਾਫ ਹੀ ਗੱਲ ਕਰਦੇ ਪਏ। ਗਵਰਨਰ ਨੂੰ ਹਿੰਦੁਸਤਾਨ ਦੇ ਸੰਵਿਧਾਨ ਦੇ ਉੱਤੇ ਲਗਾਇਆ ਹੈਗਾ ਵਾ, ਜਾਂ ਤੇ ਫਿਰ ਸੂਬੇ ਦਾ ਮੁੱਖ ਮੰਤਰੀ ਇਹ ਗੱਲ ਕਹਿ ਲੈ ਕਿ ਜੀ ਮੈਨੂੰ ਲੋਕਾਂ ਨੇ ਚੁਣ ਕੇ ਭੇਜਿਆ, ਮੈਂ ਲੋਕਾਂ ਨੂੰ ਜਵਾਬ ਦਵਾਂਗਾ। ਹਿੰਦੁਸਤਾਨ ਦੇ ਸੰਵਿਧਾਨ ਨੂੰ ਮੈਂ ਨਹੀਂ ਮੰਨਦਾ, ਕਿਉਂਕਿ ਜੇ ਹਿੰਦੁਸਤਾਨ ਦਾ ਸੰਵਿਧਾਨ ਗਵਰਨਰ ਨੂੰ ਲਗਾਉਂਦਾ ਹੈ ਤੇ ਗਵਰਨਰ ਨੂੰ ਕੁਝ ਰਾਈਟ ਵੀ ਦਿੰਦਾ ਹੈਗਾ। ਤੇਰਾ ਮਤਲਬ ਕਿ ਇੱਕ ਤਰੀਕੇ ਦਾ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੁੱਖ ਮੰਤਰੀ ਨਕਾਰਦੇ ਪਏਗੀ। ਦੂਸਰੀ ਗੱਲ ਕੀਤੀ ਹੈ ਤੁਸੀਂ ਗੱਲ ਕੀਤੀ ਹੈ ਕਿ ਏਜੰਡੇ, ਜਿਹੜਾ ਸੈਸ਼ਨ ਦੀ ਗੱਲ ਕੀਤੀ ਕਿ ਸੈਸ਼ਨ ਹੋਇਆ, ਦੇਖੋ ਉਹ ਸੈਸ਼ਨ ਜਦੋਂ ਕਾਲ ਕੀਤਾ ਗਿਆ ਨਾ, ਇਹ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਕਿ ਸੈਸ਼ਨ ਤੋਂ ਪਹਿਲੇ ਜਿਹੜਾ ਸੈਸ਼ਨ ਦਾ ਏਜੰਡਾ ਹੈਗਾ ਵਾ ਗਵਰਨਰ ਸਾਹਿਬ ਨੂੰ ਭੇਜਿਆ ਜਾਵੇ ਜੀ। ਪਰ ਅਨਫੋਰਚੂਨੇਟਲੀ ਜਦੋਂ ਸੂਬੇ ਦੇ ਮੁੱਖ ਮੰਤਰੀ ਦੀ ਸੋਚ ਇਹੀ ਹੋਈ ਹੈ ਕਿ ਉਹ ਹਿੰਦੁਸਤਾਨ ਦੇ ਸੰਵਿਧਾਨ ਨੂੰ ਨਹੀਂ ਮੰਨਦੇਗੇ, ਉਹ ਗਵਰਨਰ ਦੀ ਪੋਸਟ ਨੂੰ ਕੁਝ ਨਹੀਂ ਸਮਝਦੇਗੇ, ਤੇ ਉਹਨਾਂ ਨੇ ਮੇਰਾ ਖਿਆਲ ਹੈ ਜੋ ਸੋਚ ਦੇ ਮੁਤਾਬਿਕ ਏਜੰਡਾ ਵੀ ਭੇਜਣਾ ਉਚਿਤ ਨਹੀਂ ਸਮਝਿਆ, ਏਜੰਡਾ ਵੀ ਨਹੀਂ ਗਵਰਨਰ ਸਾਹਿਬ ਨੂੰ ਭੇਜਿਆ। ਜੀ ਜੀ, ਫਿਰ ਡੈਫੀਨਿਟਲੀ ਗਵਰਨਰ ਤੇ ਦੇਖੋ ਕਾਨੂੰਨ ਦੇ ਨਾਲ ਬੰਨਿਆ ਹੋਇਆ ਹੈ, ਹਿੰਦੁਸਤਾਨ ਦੇ ਸੰਵਿਧਾਨ ਨਾਲ ਬੰਨਿਆ ਹੋਇਆ ਹੈ, ਔਰ ਜੇ ਹਿੰਦੁਸਤਾਨ ਦੇ ਸੰਵਿਧਾਨ ਦੇ ਅਕੋਰਡਿੰਗਲੀ ਕੋਈ ਮੁੱਖ ਮੰਤਰੀ
ਨਹੀਂ ਚੱਲਦਾ ਪਿਆ ਹੈਗਾ ਔਰ ਉਹਨਾਂ ਨੂੰ ਕਾਨੂੰਨੀ ਰਾਏ ਮਿਲਦੀ ਹੈ ਕਿ ਜੀ ਕਪੂਰ ਸਾਹਿਬ, मतलब के असेंबली सेशन एक इलीगल है क्योंकि ਉਹਦਾ ਏਜੰਡਾ ਗਵਰਨਰ ਸਾਹਿਬ ਨੂੰ ਭੇਜਿਆ ਗਿਆ ਜੀ ਜੀ ਇਹਨਾਂ ਨੂੰ ਆਬਜੈਕਸ਼ਨ ਹੁਣ ਇਹਨਾਂ ਨੂੰ ਕਿਉਂ ਆਬਜੈਕਸ਼ਨ ਹੋ ਰਹੀ ਹੈ ਬਿਲਕੁਲ ਤੁਹਾਡਾ ਵੀ ਸੰਵਿਧਾਨ ਨੂੰ ਫੋਲੋ ਸੰਵਿਧਾਨ ਨੂੰ ਫੋਲੋ ਨਹੀਂ ਕਰਨਗੇ ਤੇ ਫਿਰ ਡੈਫੀਨਿਟਲੀ ਗਵਰਨਰ ਸਾਹਿਬ ਦਾ ਜੇ ਕਾਨੂੰਨੀ ਮਾਹਿਰ ਰਾਏ ਦੇਣਗੇ ਕਿ ਇਲੀਗਲ ਹੈ तो इलीगली किया जाए। जी कपूर साहब ਤੁਹਾਡਾ व्यू ਬਣਾਏਗਾ ਵੀ ਬਸ ਵਾਲੇ ਸੇ ਮਾਮਲੇ ਤੇ ਜੋ ਗਵਰਨਰ ਤੇ ਮੁੱਖ ਮੰਤਰੀ ਦਾ ਟਕਰਾਅ ਦੀ ਸਥਿਤੀ ਬਣੀ ਹੈ, ਖਤੋ ਖਤਾਬ ਇੱਕ ਦੂਜੇ ਦੇ ਖਿਲਾਫ, ਸੰਵਿਧਾਨ ਹੈ ਗੈਰ ਸੰਵਿਧਾਨ ਹੈ, ਸੰਵਿਧਾਨ ਮੁਤਾਬਕ ਹੈ ਨਹੀਂ ਹੈ, ਸੰਵਿਧਾਨ ਮੁਤਾਬਕ ਹੈ, ਪਰ ਸਭ ਤੋਂ ਵੱਡਾ ਸੂਬੇ ਦੇ ਲਈ ਜਿਸ ਤਰ੍ਹਾਂ ਦਾ ਸੰਕਟ ਬਣਿਆ, ਜੇ ਸੰਕਟ ਜੋ ਪੰਜਾਬ ਇਹਨਾਂ ਦਿਨਾਂ ਚੋਂ ਨਿਕਲ ਰਿਹਾ, ਇਹ ਸਥਿਤੀ ਨੂੰ ਤੁਸੀਂ ਕਿਵੇਂ ਵਾਚਦੇ ਹੋ? ਸਿੱਧੂ ਸਾਹਿਬ, ਸਭ ਤੋਂ ਪਹਿਲੇ ਤਾਂ ਮੈਂ ਇਹੀ ਕਹਾਂਗੀ ਕਿ ਦੇਖੋ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਗਵਰਨਰ ਸਾਹਿਬ ਤੇ ਸਾਡੇ ਸੀਐਮ ਸਾਹਿਬ ਦਾ ਜਦ ਦੀ ਵੀ ਇਹ ਸਟਾਰਟਿੰਗ ਹੋਈ ਹੈ ਇਹਨਾਂ ਦਾ ਆਪਸ 'ਚ ਟਵਿੱਟਰ ਤੋਂ ਸ਼ੁਰੂ ਹੋਇਆ ਸੀ ਤੇ ਇੱਕ ਕਲੇਸ਼ ਚੱਲਦਾ ਆ ਰਿਹਾ ਲਗਾਤਾਰ, ਜਦਕਿ ਸੀਐਮ ਸਾਹਿਬ ਨੂੰ ਜਿਸ ਅਹੁਦੇ ਤੋਂ ਹੈਗੇ ਨੇ ਉਹਨਾਂ ਨੂੰ ਆਪਣੀ ਗਰਿਮਾ ਪਹਿਚਾਨਣੀ ਚਾਹੀਦੀ ਹੈ ਔਰ ਫਰਸਟ ਡੇ ਤੋਂ ਸੈਂਟਰ ਦੇ ਨਾਲ ਜੋ ਇਹਨਾਂ ਦੇ ਰਿਲੇਸ਼ਨ ਰਹੇ ਹੈ ਇੰਨੇ ਖਰਾਬ ਰਹੇ ਨੇ ਕਿ ਉਸਦਾ ਇਹਨਾਂ ਨੇ ਸਮਝਣਾ ਚਾਹੀਦਾ ਸੀ ਕਿ ਸੂਬੇ ਨੂੰ ਕੀ ਨੁਕਸਾਨ ਜਾਣਾ ਹੈ। ਜਦੋਂ ਸਾਡੀ ਕੇਂਦਰ ਦੇ ਨਾਲ ਸਾਂਝ ਹੀ ਨਹੀਂ ਹੈਗੀ ਜਾਂ ਕੇਂਦਰ ਦੇ ਨਾਲ ਸਾਡਾ ਬਿਹੇਵ ਹੀ ਇਦਾਂ ਦਾ ਹੈ, ਫਿਰ ਦੇਖੋ ਗਵਰਨਰ ਸਾਹਿਬ ਜੋ ਹੈ ਰਾਸ਼ਟਰਪਤੀ ਦੁਆਰਾ ਚੁਣਿਆ ਹੋਇਆ ਇੱਕ ਅਹੁਦਾ ਹੈ ਤੇ ਔਰ ਮੇਰੇ ਖਿਆਲ ਨਾਲ ਕਿ ਇੱਕ ਸੀਐਮ ਪਾਬੰਦ ਹੁੰਦਾ ਹੈ ਉਹਨਾਂ ਦੇ ਕੀਤੇ ਹੋਏ ਸਵਾਲਾਂ ਦਾ ਜਵਾਬ ਦੇਣ ਲਈ। ਫਿਰ ਤੁਸੀਂ ਸੈਸ਼ਨ ਸਾਧ ਰਹੇ ਹੋ ਔਰ ਉਹ ਸੰਵਿਧਾਨਿਕ ਦੱਸ ਰਹੇ ਹੋ ਉਹਨੂੰ, ਤੇ ਜਦ ਤੱਕ ਤੁਸੀਂ ਇਜਾਜ਼ਤ ਨਹੀਂ ਲਈ ਗਵਰਨਰ ਕੋਲੋਂ ਤਾਂ ਉਹ ਸੰਵਿਧਾਨਿਕ ਨਹੀਂ ਹੋ ਸਕਦਾ। ਤੁਹਾਨੂੰ ਇਜਾਜ਼ਤ ਲੈਣੀ ਜ਼ਰੂਰੀ ਸੀ। ਫਿਰ ਔਰ ਦੂਸਰੀ ਗੱਲ, ਸਭ ਤੋਂ ਵੱਡੀ ਗੱਲ ਹੈ ਕਿ ਇੱਕ ਸੈਸ਼ਨ ਦੇ ਉੱਤੇ ਘੱਟ ਤੋਂ ਘੱਟ 70-80 ਲੱਖ ਰੁਪਏ ਦਾ ਖਰਚਾ ਆ ਜਾਂਦਾ ਹੈ ਤੇ ਉਹ ਪੈਸੇ ਕਿਹਦੇ ਨੇ? ਪੰਜਾਬ ਦੇ ਨੇ। ਪੰਜਾਬ ਤੇ ਅੱਗੇ ਪਹਿਲੇ ਤੁਸੀਂ ਦੇਖੋ ਕੁਦਰਤੀ ਕਰੋਪੀ ਹੋਈ ਸੀ ਕਿਸਾਨਾਂ ਤੇ, ਹੁਣ ਹੜ੍ਹ ਆ ਗਏ। ਇਹਨਾਂ ਚੀਜ਼ਾਂ ਵੱਲ ਤੇ ਸਾਡੇ ਸੀਐਮ ਸਾਹਿਬ ਦਾ ਧਿਆਨ ਹੈ ਹੀ ਨਹੀਂ ਪੰਜਾਬ ਵੱਲ। ਪਤਾ ਨਹੀਂ ਕਿਹੜੇ ਤੁਸੀਂ ਤੁਹਾਡਾ ਆਪਣਾ ਇੱਕ ਵਿਊ ਪੁਆਇੰਟ ਸਹੀ ਤੁਸੀਂ ਕਹਿ ਰਹੇ ਹੋਵੋਗੇ, ਪਰ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਇੱਕ ਜਿਹੜੀ ਚੁਣੇ ਹੋਏ ਲੋਕਾਂ ਦੀ ਵਿਧਾਨ ਸਭਾ, ਉਹਨਾਂ ਦੇ 92 ਉਹਨਾਂ ਦੇ ਵਿਧਾਇਕ, 117 ਮੈਂਬਰੀ ਸਦਨ ਹੈ, ਉਹਦੇ ਜਿਹੜੇ ਬਿੱਲ ਪਾਸ ਕੀਤੇ ਗਏ ਆ ਉਹ ਬਿੱਲ ਤਾਂ ਹੁਣ ਰੋਕ ਲਏ ਗਏ ਆ, ਨਾ ਉਹਨਾਂ ਬਾਰੇ ਕੋਈ ਜਵਾਬ ਆਉਂਦਾ ਹੈ। ਉਹ ਕਹਿੰਦੇ ਫਿਰ ਚੁਣੀ ਹੋਈ ਸਰਕਾਰ ਕਿਵੇਂ ਕੰਮ ਕਰੇਗੀ ਜੇ ਗਵਰਨਰ ਨੇ ਇਸ ਤਰ੍ਹਾਂ ਬ੍ਰੇਕਾਂ ਲਾਉਣੀਆਂ? ਦੇਖੋ ਜੀ, ਇਹੀ ਤਾਂ ਮੈਂ ਪਹਿਲੇ ਕਹਿ ਰਹੀ ਹਾਂ ਸਿੱਧੂ ਜੀ ਕਿ ਜਦ ਇਹਨਾਂ ਨੇ ਗਵਰਨਰ ਦੇ ਨਾਲ ਇਹਨਾਂ ਦਾ ਬਿਹੇਵ ਹੀ ਇਦਾਂ ਦਾ ਹੈ, ਹੁਣ ਅਗਰ ਇੱਕ ਸੰਵਿਧਾਨਿਕ ਅਹੁਦੇ ਤੇ ਇਹ ਵੀ ਬੈਠੇ ਨੇ ਉਹ ਵੀ ਬੈਠੇ ਨੇ, ਫਿਰ ਤੁਸੀਂ ਸੈਸ਼ਨ ਦੇ ਵਿੱਚ ਜਿਹੜੀ ਹਾਸੋਹਾਨੀਆਂ ਟਿੱਪਣੀਆਂ ਕਰ ਰਹੇ ਹੋ, ਉਹਨਾਂ ਦੁਆਰਾ ਜਿਹੜੀਆਂ ਭੇਜੀਆਂ ਗਈਆਂ ਚਿੱਠੀਆਂ ਨੂੰ ਤੁਸੀਂ ਲਵ ਲੈਟਰ ਕਹਿ ਕੇ ਸੰਬੋਧਨ ਕਰ ਰਹੇ ਹੋ, ਤੇ ਫਿਰ ਤੁਸੀਂ ਗਵਰਨਰ ਸਾਹਿਬ ਤੋਂ ਕੀ ਉਮੀਦ ਕਰੋਗੇ? ਮਤਲਬ ਤੁਸੀਂ ਆਪਣੇ ਅਹੁਦੇ ਦੀ ਗਰਿਮਾ ਪਹਿਚਾਨੋ, ਮੁੱਖ ਮੰਤਰੀ ਹੋ, ਤੁਹਾਡੇ ਜਿਹੜੇ ਸ਼ਬਦ ਹੈ ਉਹਨਾਂ ਨੂੰ ਤੁਸੀਂ ਕਾਬੂ 'ਚ ਰੱਖ ਕੇ ਗੱਲ ਕਰੋ। ਉਹਨਾਂ ਸ਼ਬਦਾਂ ਦੀ ਮਰਿਆਦਾ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਤੇ ਉਸ ਦੇ ਵਿੱਚ ਨੁਕਸਾਨ ਤਾਂ ਸੂਬੇ ਦਾ ਹੋ ਰਿਹਾ ਹੈ। ਇਹਨਾਂ ਨੇ ਤੇ ਆਪ ਦੀ ਈਗੋ ਪਹਿਲੇ ਦਿਨ ਤੋਂ ਮੂਰੇ ਰੱਖੀ ਹੋਈ ਹੈ। ਤੁਸੀਂ ਦੇਖੋ, ਚਾਹੇ ਆਰਐਫ ਫੰਡ ਸੀ, ਚਾਹੇ ਉੱਥੇ ਜਾ ਕੇ ਇਹਨਾਂ ਦੀ ਜਿਹੜੀ ਮੀਟਿੰਗ ਨੂੰ ਇਹਨਾਂ ਨੇ ਰਿਫਿਊਜ਼ ਕੀਤਾ ਜਿੱਥੇ ਸਾਰੇ ਸਟੇਟ ਦੇ ਸੀਐਮ ਆਏ ਹੋਏ ਸੀ। ਮਤਲਬ ਇਹ ਤੇ ਪੰਜਾਬ ਦਾ ਨੁਕਸਾਨ ਕਰਨ ਤੇ ਲੱਗੇ ਹੈ। ਆਮ ਆਦਮੀ ਪਾਰਟੀ ਦਾ ਏਜੰਡਾ ਲਿਆ ਕੇ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਅੱਜ ਹੜ੍ਹਾਂ ਦੇ ਵਿੱਚ ਪੰਜਾਬ ਰੁੜ ਗਿਆ, ਕਿਤੇ ਮੁੱਖ ਮੰਤਰੀ ਸਾਹਿਬ ਕੋਲੇ ਤੇ ਫੁਰਸਤ ਨਹੀਂ ਹੈ ਸਿਵਾਏ ਆਪਣੇ ਸੁਪਰੀਮੋ ਨੂੰ ਖੁਸ਼ ਕਰਨ ਦੇ ਲਈ। ਹੁਣ ਤੁਸੀਂ ਇਹ ਦੇਖੋ, ਜਿਹੜੇ ਹੜ੍ਹ ਪੀੜਿਤ ਨੇ, ਅਸੀਂ ਵੀ ਗਏ ਆ ਉੱਥੇ ਸੁਲਤਾਨਪੁਰ ਲੋਧੀ ਲਾਗੇ, ਉੱਥੇ ਦੇਖ ਕੇ ਆਏ ਆ। ਚਲੋ ਸੰਸਥਾਵਾਂ ਵੀ ਗਈਆਂ, ਐਸਜੀਪੀਸੀ ਵੀ ਆਪਣੀ ਬਹੁਤ ਵਧੀਆ ਡਿਊਟੀ ਨਿਭਾ ਰਿਹਾ ਹੈ ਸ਼ੁਰੂ ਦਿਨ ਤੋਂ। ਤੇ ਉੱਥੇ ਕੀ ਹੈ ਜੀ, ਜਦੋਂ ਜਾ ਕੇ ਕੋਈ ਕਹਿੰਦਾ ਜੀ ਜਿਨ੍ਹਾਂ ਘਰਾਂ ਤੱਕ ਨਹੀਂ ਕੁਝ ਪਹੁੰਚਾਇਆ ਜਾ ਰਿਹਾ ਤੇ ਸਾਨੂੰ ਕਿਸ਼ਤੀਆਂ ਚਾਹੀਦੀਆਂ, ਕਿਉਂਕਿ ਬਿਨਾਂ ਕਿਸ਼ਤੀਆਂ ਤੋਂ ਤੇ ਉੱਥੇ ਤੱਕ ਪਹੁੰਚਿਆ ਨਹੀਂ ਸੀ ਜਾ ਸਕਦਾ। ਪਰ ਪ੍ਰਸ਼ਾਸਨ ਦਾ ਕਹਿਣਾ ਹੈ ਜੀ ਕਿ ਜੋ ਵੀ ਤੁਸੀਂ ਲਿਆਇਓ ਦੋ ਸਾਡੇ ਪਟਵਾਰੀ ਦੇ ਕੇ ਆਉਣਗੇ। ਮਤਲਬ ਉਸ ਜਗ੍ਹਾ ਇਨਸਾਨੀਅਤ ਜਗ੍ਹਾ ਰਾਜਨੀਤੀ ਪਾਲਿਸ਼ ਕਰਨ ਤੇ ਲੱਗੇ ਨੇ। ਮਤਲਬ ਇਹਨਾਂ ਦਾ ਕੋਈ ਅਸੂਲ ਨਹੀਂ ਹੈ। ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਕਰ ਕੀ ਰਹੇ ਨੇ ਜੀ। ਪੰਜਾਬ ਦਾ ਬੇੜਾ ਗਰਕ ਕਰਤਾ ਇਹਨਾਂ ਨੇ ਜੀ 15-16 ਮਹੀਨਿਆਂ ਦੇ ਅੰਦਰ। ਤੁਹਾਡਾ ਵਿਊ ਪੁਆਇੰਟ ਆ ਗਿਆ, ਫਿਰ ਆਵਾਂਗੇ ਆਪਾਂ ਇਸੇ ਮੁੱਦੇ ਨੂੰ ਲੈ ਕੇ। ਡਾਕਟਰ ਬਰਾਗੀ, ਜਿਸ ਮਾਮਲੇ ਤੇ ਗੱਲ ਕਰ ਰਹੇ ਹਾਂ, ਵੱਡਾ ਮਾਮਲਾ ਪੰਜਾਬ ਦੀ, ਇੱਕ ਪਾਸੇ ਤਰਾਸਦੀ ਦੀ ਗੱਲ ਹੈ, ਦੂਜੇ ਪਾਸੇ ਜਿਹੜੇ ਸਾਡੇ ਦੋ ਚੋਟੀ ਦੇ ਆਗੂ ਹੈ, ਕਿਸ ਕਦਰ ਉਹਨਾਂ ਦਾ ਟਕਰਾਅ ਹੈ ਤੇ ਕਿੱਧਰ ਨੂੰ ਜਾ ਰਿਹਾ ਪੰਜਾਬ? ਬਿਲਕੁਲ ਸਿੱਧੂ ਸਾਹਿਬ, ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ, ਇੱਕ ਤਾਂ ਪੰਜਾਬ ਨੇ ਕਾਫੀ ਹੜ੍ਹਾਂ ਦੀ ਮਾਰ ਦੇ ਥੱਲੇ ਆਇਆ ਤੇ ਸਾਡੇ ਜਾਨ ਤੇ ਮਾਲ ਦਾ ਕਾਫੀ ਨੁਕਸਾਨ ਹੋਇਆ ਵਾ। ਇਹਦੇ ਮੁਤਲਕ ਹਜੇ ਤੱਕ ਸੈਂਟਰ ਨੇ ਵੀ ਸਟੇਟ ਨੂੰ ਫਲੱਡ ਅਫੈਕਟਡ ਸਟੇਟ ਡਿਕਲੇਅਰ ਨਹੀਂ ਕੀਤਾ। ਹਾਲਾਂਕਿ ਦੋਸ਼ ਬਦੋਸ਼ ਦੇ ਵਿੱਚ ਪੈ ਗਿਆ ਵੀ ਅਸੀਂ ਇੰਨੇ ਪੈਸੇ ਭੇਜੇ ਸੀਗੇ, ਉਹਦਾ ਦੱਸੋ, ਜਾਂ ਤੇ ਸੀਐਮ ਸਾਹਿਬ ਨੇ ਵੀ ਹਜੇ ਤੱਕ ਕੋਈ, ਹਜੇ ਸਰਵੇ ਹੀ ਚੱਲ ਰਹੇ ਆ, ਅਸੈਸਮੈਂਟਸ ਹੀ ਚੱਲ ਰਹੀਆਂ, ਕੋਈ ਵੀ ਮੱਲ ਮਿਲਾਉਣ ਵਾਲਾ ਕੰਮ ਹਜੇ ਤੱਕ ਨਹੀਂ ਕੀਤਾ, ਹਜੇ ਵੀ ਕੋਈ ਕੰਪਨਸੇਸ਼ਨ ਵਗੈਰਾ ਨਹੀਂ ਕੀਤੀ। ਹਾਲਾਂਕਿ ਪਹਿਲਾਂ ਬਿਆਨ ਇਹੋ ਜਿਹੇ ਹੁੰਦੇ ਸੀ ਵੀ ਗੋਦਾਵਰੀਆਂ ਬਾਅਦ 'ਚ ਹੋਣਗੀਆਂ,
ਗਰਦੌਰੀਆਂ ਤੇ ਪਹਿਲਾਂ ਅਸੀਂ ਕੰਪਨਸੇਸ਼ਨ ਅਨਾਉਂਸ ਕਰ ਦਾਂਗੇ। ਇਹ ਤਾਂ ਇੱਕ ਪਾਰਟ ਹੈਗਾ, ਤਰਾਸਦੀ ਹੈਗੀ ਆ ਪੰਜਾਬ ਦੀ। ਤੇ ਸਾਈਮਲਟੇਨੀਅਸਲੀ ਜਿਹੜਾ ਅਸੀਂ ਜ਼ਿਆਦਾਤਰ ਸਾਡੇ ਰਾਜ ਸਭਾ ਦੇ ਮੈਂਬਰ ਪੰਜਾਬ ਨੂੰ ਬਿਲੋਂਗ ਕਰਦੇ ਆ, ਹਜੇ ਉਹਨਾਂ ਦੀ ਆਵਾਜ਼ ਕਿਤੇ ਨਾ ਕਿਤੇ ਜਿਹੜੀ ਇੱਕ ਬਹੁਤ ਹੀ ਮਾੜੀ ਦੁਰਘਟਨਾ ਮਨੀਪੁਰ ਵਿੱਚ ਹੋਈ ਆ, ਉਸ ਇਨਸੀਡੈਂਟ ਦੇ ਰੌਲੇ ਰੱਪੇ ਦੇ ਵਿੱਚ ਪੰਜਾਬ ਦੀ ਆਵਾਜ਼ ਕਾਫੀ ਹੱਦ ਤੱਕ ਦੱਬ ਗਈ ਆ। ਉਹ ਆਵਾਜ਼ ਜਿਹੜੀ ਫਲੱਡ ਨਾਲ ਰਿਲੇਟਡ ਪਾਰਲੀਮੈਂਟ ਵਿੱਚ ਗੂੰਜਣੀ ਚਾਹੀਦੀ ਸੀਗੀ, ਉਹ ਹਜੇ ਤੱਕ ਨਹੀਂ ਗੂੰਜੀ। ਤੇ ਇਹ ਵੀ ਮੈਂ ਸਮਝਦਾ ਪੰਜਾਬ ਦੀ ਬਦਕਿਸਮਤੀ ਲਾ ਦਿਓ ਜਾਂ ਪੰਜਾਬ ਦੇ ਪੋਲੀਟੀਸ਼ੀਅਨਾਂ ਦੀ ਕਿਵੇਂ ਨਾ ਕਿਵੇਂ ਉਹ ਮੈਨੇਜ ਕਰਨ ਵਿੱਚ ਹਿੰਦੁਸਤਾਨ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਆ ਜੀ। ਤੇ ਜਿੱਥੋਂ ਤੱਕ ਸਿੱਧੂ ਸਾਹਿਬ ਗੱਲ ਹੈਗੀ ਆ 2 ਡੈਜ਼ਿਗਨੇਟਰੀ ਅਹੁਦਿਆਂ ਦੀ ਸਟੇਟਸ ਦੀ ਗੱਲ ਹੈਗੀ ਆ, ਇਹ ਕਨਫਲਿਕਟ ਜਿਹੜਾ ਗਵਰਨਰ ਤੇ, ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੂੰਗਾ ਵੀ ਗਵਰਨਰ ਦੇ ਵਿੱਚੋਂ ਬੀਜੇਪੀ ਦਿਸਦੀ ਆ, ਜਿਹੜੀ ਕਿ ਗਵਰਨਰ ਦੇ ਅਹੁਦੇ ਵਿੱਚੋਂ ਨਹੀਂ ਦਿਸਣੀ ਚਾਹੀਦੀ। ਪੰਜਾਬ ਦੇ ਵਿੱਚ ਪੋਲੀਟੀਕਲ ਸਟੇਬਿਲਿਟੀ ਆਈ ਆ ਬੇਅੰਤ ਸਿੰਘ ਦੀ ਅਸੈਸੀਨੇਸ਼ਨ ਤੋਂ ਔਨਵਰਡ, ਤੇ ਉਦੋਂ 20 ਸਾਲ ਦਾ ਜਿਹੜਾ ਸਮਾਂ ਸੀਗਾ ਉਹ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਵਰਗਿਆ ਉਹਨਾਂ ਦੀ ਸਮਝਦਾਰੀ ਲਾ ਲਓ, ਉਹਨਾਂ ਦਾ ਠਰਮਾ ਲਾ ਲਓ, ਕਿਵੇਂ ਵੀ ਲਾ ਲਓ, ਉਹ ਮੈਨੇਜ ਕਰਕੇ ਸੈਂਟਰ ਨਾਲ ਸੰਬੰਧ ਠੀਕ ਰਹੇ ਤੇ ਸਾਨੂੰ ਕੋਈ ਇਹੋ ਜਿਹੀ ਦਿੱਕਤ ਨਹੀਂ ਹੋਈ। ਜਾਂ ਇੱਕ ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਨਸ਼ਿਪ ਜਿਹੜੀ ਲੀਡਰਸ਼ਿਪ ਸੀਗੀ ਉਹ ਲਾ ਲਓ, ਵੀ ਪੈਰਲਰ ਸਾਰਾ ਕੁਝ ਇੱਕ ਹਿਸਾਬ ਦੇ ਨਾਲ ਚੱਲਦਾ ਰਿਹਾ ਵਾ। ਕੋਈ ਗਵਰਨਰ ਨੇ ਉਹੋ ਜਿਹਾ ਕੋਈ ਅੜਿੱਕਾ ਨਹੀਂ ਲਾਇਆ ਜਿਹੜਾ ਅੱਜ ਲੱਗ ਰਿਹਾ ਵਾ। ਇਹ ਗਵਰਨਰ ਦਾ ਰੇੜਕਾ ਤੇ ਅੱਜ ਮੌਜੂਦਾ ਪੰਜਾਬ ਸੀਐਮ ਦਾ ਰੇੜਕਾ ਇਹ ਤਕਰੀਬਨ ਸਾਲ ਦੀ ਸ਼ੁਰੂਆਤ ਤੋਂ ਹੀ ਸ਼ੁਰੂ ਹੋ ਗਿਆ ਸੀਗਾ, ਜਦੋਂ ਬਜਟ ਸੈਸ਼ਨ ਨੂੰ ਲੈ ਕੇ ਗੱਲ ਹੋ ਰਹੀ ਸੀਗੀ। ਪਹਿਲਾ ਸਵਾਲ ਤਾਂ ਇਹੀ ਗਵਰਨਰ ਸਾਹਿਬ ਵੱਲੋਂ ਪੁੱਛਿਆ ਗਿਆ। ਗਵਰਨਰ ਸਾਹਿਬ ਪੁੱਛ ਸਕਦੇ ਨੇ, ਗਵਰਨਰ ਸਾਹਿਬ ਪੁੱਛ ਸਕਦੇ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ। ਤੇ ਨਾਲ ਹੀ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਗਵਰਨਰ ਸੀਐਮ ਤੋਂ ਪੁੱਛਣ ਜਾਂ ਕੈਬਨਿਟ ਤੋਂ ਪੁੱਛਣ ਦੇ ਵਿੱਚ ਜ਼ਿਆਦਾ ਪਾਵਰਸ ਰੱਖਦਾ ਕੰਪੈਰੀਟਿਵ ਟੂ ਪ੍ਰੈਜ਼ੀਡੈਂਟ ਹਜੇ ਕਿਤੇ ਨਾ ਕਿਤੇ ਪੀਐਮ ਦੇ ਜ਼ਿਆਦਾ ਕੰਟਰੋਲ ਦੇ ਵਿੱਚ ਹੁੰਦਾ, ਗਵਰਨਰ ਸੀਐਮ ਦੇ ਕੰਟਰੋਲ ਵਿੱਚ ਨਹੀਂ ਹੁੰਦਾ। ਇਹ ਗੱਲ ਆਪਾਂ ਨੂੰ ਸਮਝਣੀ ਪਊਗੀ, ਕਿਉਂਕਿ ਫੈਡਰਲ ਸਟਰਕਚਰ ਨੂੰ ਮਜ਼ਬੂਤ ਕਰਨ ਲਈ ਪ੍ਰਾਈਮ ਮਿਨਿਸਟਰ ਦੇ ਦੁਆਰਾ ਜਾਂ ਉਹ ਕੈਬਨਿਟ ਦੁਆਰਾ ਸਾਰਾ ਚੁਣਿਆ ਜਾਂਦਾ। ਰਾਸ਼ਟਰਪਤੀ ਅਪੁਆਇੰਟ ਕਰਦਾ ਗਵਰਨਰ ਨੂੰ, ਜਿਹੜਾ ਵੱਧ ਪਾਵਰਫੁੱਲ ਆ ਸਟੇਟ ਦੀ ਮਸ਼ੀਨਰੀ ਨੂੰ, ਸਟੇਟ ਦੇ ਸੀਐਮ ਨੂੰ ਜਾਂ ਕਾਉਂਸਲ ਆਫ ਮਿਨਿਸਟਰ ਕਹਾਂਗੇ ਆਪਾਂ, ਸੀਐਮ ਨੂੰ ਨਹੀਂ ਕਹਾਂਗੇ, ਉਹਨਾਂ ਨੂੰ ਕੰਟਰੋਲ ਕਰਨ ਵਿੱਚ। ਗਵਰਨਰ ਸਾਹਿਬ ਨੇ ਪਹਿਲਾ ਸਵਾਲ ਇਹ ਪੁੱਛਿਆ ਸੀਗਾ ਵੀ ਜਿਹੜੇ 36 ਤੁਸੀਂ ਸਿੰਗਾਪੁਰ ਪ੍ਰਿੰਸੀਪਲ ਭੇਜ ਰਹੇ ਹੋ, ਇਹਦਾ ਕ੍ਰਾਈਟੇਰੀਆ ਕੀ ਆ ਇਹਨਾਂ ਦੀ ਸਿਲੈਕਸ਼ਨ ਦਾ, ਜਿਹੜਾ ਰੇੜਕਾ ਉਦੋਂ ਤੋਂ ਸ਼ੁਰੂ ਹੋਇਆ। ਇਹ ਵੀ ਸਿੱਧੂ ਸਾਹਿਬ ਗੱਲ ਸੱਚ ਆ ਵੀ ਅੱਜ ਤੱਕ ਪੰਜਾਬ ਦੇ ਕਿਸੇ ਵੀ ਗਵਰਨਰ ਨੇ ਇਸ ਲੈਵਲ ਦਾ ਸਵਾਲ ਸੀਐਮ ਤੋਂ ਨਹੀਂ ਪੁੱਛਿਆ, ਕਿਉਂਕਿ ਪਹਿਲਾਂ ਤੁਸੀਂ ਸਰਕਾਰਾਂ ਟੁੱਟਦੀਆਂ ਰਹੀਆਂ ਪੰਜਾਬ ਵਿੱਚ, ਗਵਰਨਰ ਰਾਜ ਲੱਗਦੇ ਰਹੇ ਆ, ਕੌਜ਼ ਹੋਰ ਹੁੰਦੇ ਸੀਗੇ। ਇਸ ਡੈਪਥ ਦੇ ਵਿੱਚ ਪੁੱਛ ਸਕਦਾ, ਪਰ ਹਜੇ ਤੱਕ ਗਵਰਨਰ ਨੇ ਕਿਸੇ ਨੇ ਪੁੱਛਿਆ ਨਹੀਂ ਸੀਗਾ। ਉਦੋਂ ਬਾਅਦ ਤੁਸੀਂ ਕਰਪਸ਼ਨ ਨੂੰ ਲੈ ਕੇ ਲਾ ਲਓ, ਉਦੋਂ ਬਾਅਦ ਤੁਸੀਂ ਨਸ਼ਿਆਂ ਨੂੰ ਲੈ ਕੇ ਲਾ ਲਓ, ਉਦੋਂ ਬਾਅਦ ਤੁਸੀਂ ਕਟਾਰੂ ਚੱਕ ਦਾ ਮਸਲਾ ਲਾ ਲਓ। ਇਹਦੇ ਨਾਲ ਗਵਰਨਰ ਸਾਹਿਬ ਇਹ ਇੱਕ ਸ਼ੋਅ ਕਰ ਰਹੇ ਆ ਵੀ ਸਰਕਾਰ ਦੇ ਸਾਈਮਲਟੇਨੀਅਸਲੀ ਮੇਰੇ ਕੋਲੇ ਕੰਪਲੇਂਟਸ ਆਉਂਦੀਆਂ, ਤੇ ਸਰਕਾਰ ਉਹਨਾਂ ਕੰਪਲੇਂਟਸ ਨੂੰ, ਚਾਹੇ ਉਹ ਨਸ਼ੇ ਹੋਣ, ਚਾਹੇ ਉਹ ਕਰਪਸ਼ਨ ਹੋਵੇ, ਚਾਹੇ ਕਟਾਰੂ ਚੱਕ ਮਸਲਾ ਹੋਵੇ, ਚਾਹੇ ਹੋਰ ਗੱਲਾਂ ਹੋਣ, ਉਸ ਨੂੰ ਹੈਂਡਲ ਕਰਨ ਦੇ ਵਿੱਚ ਨਾਪਾਕ ਹੋਈ ਆ ਤੇ ਨਾ ਕਾਮਯਾਬ ਹੋਈ ਆ। ਤੇ ਇਸ ਕਰਕੇ ਜਿਹੜਾ ਚਿੱਠੀਆਂ ਦਾ ਸਿਲਸਿਲਾ ਸੀਗਾ ਗਵਰਨਰ ਆਫਿਸ ਵੱਲੋਂ ਸੀਐਮ ਨੂੰ ਭੇਜਿਆ ਗਿਆ। ਸੀਐਮ ਸਾਹਿਬ ਵੀ ਇੱਕ ਜਿਵੇਂ ਪ੍ਰੈਜ਼ੀਡੈਂਟ ਸਾਰੇ ਹਿੰਦੁਸਤਾਨ ਵਿੱਚ ਹੀ ਕ੍ਰੀਏਟ ਕੀਤੀ ਹੋਈ ਆ ਜਾਂ ਬਣੀ ਹੋਈ ਆ, ਕਿਉਂਕਿ ਆਪਾਂ ਪੜ੍ਹਨ ਲਿਖਣ 'ਚ ਤਾਂ ਆਪਣਾ ਵਿਸ਼ਵਾਸ ਬਹੁਤ ਘੱਟ ਆ, ਉਸ ਪਾਸੇ ਨੂੰ ਤਾਂ ਆਪਾਂ ਜਾਂਦੇ ਹੀ ਨਹੀਂ ਗੇ ਵੀ ਸੰਵਿਧਾਨ 'ਚ ਕੀ ਆ ਕੀ ਨਹੀਂ। ਆਪਾਂ ਦੇਖਦੇ ਹਾਂ ਚੱਲਦਾ ਕੀ ਆ ਰਿਹਾ ਵਾ। ਚੱਲਦਾ ਪਹਿਲਾਂ ਇਹ ਆ ਰਿਹਾ ਵੀ ਪਹਿਲਾਂ ਵੀ ਇਹੋ ਜਿਹੇ 2 ਇੰਸੀਡੈਂਟ ਹੋਏ ਆ, ਜੇ ਪਹਿਲਾਂ ਵੀ 2 ਇਹੋ ਜਿਹੇ ਇੰਸੀਡੈਂਟ ਹੋਏ ਆ ਤਾਂ ਆਪਾਂ ਕਾਹਦੇ ਲਈ ਆ? ਆਪਾਂ ਤਾਂ ਬਦਲਣ ਲਈ ਆਏ ਆ, ਆਪਾਂ ਤਾਂ ਕਨਸਟੀਟਿਊਸ਼ਨ ਦਾ ਰਾਜ ਚਾਹੁੰਦੇ ਆ। ਆਪਾਂ ਦਿੱਲੀ 'ਚ ਵੀ ਤਾਂ ਇਹੀ ਚਾਹੁੰਦੇ ਆ ਵੀ ਵੱਧ ਤੋਂ ਵੱਧ ਸੰਵਿਧਾਨਿਕ ਗੱਲ ਹੋਵੇ, ਵੀ ਕੰਟਰੋਲਸ ਰਵੇ। ਹਾਲਾਂਕਿ ਸੀਐਮ ਸਾਹਿਬ ਨੇ ਉਹਨਾਂ ਚਿੱਠੀਆਂ ਦਾ ਰਿਪਲਾਈ ਨਾ ਦੇਣਾ ਜਾਇਜ਼ ਸਮਝਿਆ, ਤੇ ਇਹ ਰੇੜਕਾ ਚੱਲਦਾ ਅੱਜ ਇਸ ਲੈਵਲ ਤੇ ਆ ਗਿਆ ਵੀ ਜਿਹੜਾ ਸੈਸ਼ਨ ਵਾਕਿਆ ਹੀ ਉਹ ਇਲੀਗਲ ਤੇ ਅਸੰਵਿਧਾਨਿਕ ਸੀਗਾ, ਸੱਦਿਆ ਗਿਆ ਸੀਗਾ, ਬਈ ਉਹ ਗਵਰਨਰ ਸਾਹਿਬ ਨੇ ਰਾਏ ਲੈਣ ਤੋਂ ਬਾਅਦ ਉਹ ਡਿਕਲੇਅਰ ਕਰਤਾ ਵੀ ਅਸੰਵਿਧਾਨਿਕ ਸੀਗਾ। ਗੱਲ ਬਿਲਕੁਲ ਜਾਇਜ਼ ਹੈਗੀ ਆ ਬਈ ਉਹਨਾਂ 4 ਬਿੱਲਾਂ ਦੀ ਫੇਟ ਕੀ ਹੋਊਗੀ। ਹੁਣ ਕੰਮ ਕੀ ਹੋ ਰਿਹਾ ਵਾ ਉਹ ਸਪੈਸ਼ਲ ਸੈਸ਼ਨ ਦੇ ਵਿੱਚ ਜਿੱਥੋਂ ਰੇੜਕਾ ਜ਼ਿਆਦਾ ਭਖਿਆ, ਕੰਮ ਤਾਂ ਉੱਥੇ ਨਾ ਐਕਚੁਅਲ ਇਹੀ ਹੋਇਆ ਵਾ ਵੀ ਵਿਰੋਧੀ ਪਾਰਟੀਆਂ ਨੂੰ ਤੁਸੀਂ ਭੰਡੋ,
ਉੱਥੇ ਇੱਕ ਤਾਂ ਜਿਹੜਾ ਸੀਗਾ ਆਪਣਾ ਗੁਰਬਾਣੀ ਦੇ ਰਿਲੇਟਡ ਬਿੱਲ ਆਇਆ, ਇੱਕ ਤੁਹਾਡਾ ਡੀਜੀਪੀ ਦੀ ਅਪਾਇੰਟਮੈਂਟ ਲਈ ਆਇਆ, ਇੱਕ ਤੁਸੀਂ ਯੂਨੀਵਰਸਿਟੀਆਂ ਤੇ ਕੰਟਰੋਲ ਕਰਨ ਲਈ ਆਇਆ, ਇੱਕ ਆਰਡੀਐਫ ਲਈ ਆਇਆ। ਸਿਰ ਸਾਹਿਬ ਦੱਸਣੀ ਗੱਲ ਇੱਥੇ ਜਾਂ ਸਮਝਣੀ ਗੱਲ ਇਹ ਜ਼ਰੂਰੀ ਹੁੰਦੀ ਆ ਵੀ ਜਿੰਨੇ ਵੀ ਇਹ ਮਸਲਾਨ ਸੀਗੇ ਇਹ ਇੱਕ ਆਰਡੀਨੈਂਸ ਪਾਸ ਕਰਕੇ ਵੀ 6 ਮਹੀਨੇ ਤੱਕ ਹੱਲ ਕੀਤੇ ਜਾ ਸਕਦੇ ਸੀਗੇ, ਪਰ ਨਹੀਂ, ਕਿਉਂਕਿ ਜਿਹੜਾ ਕੁਝ ਸੰਵਿਧਾਨ ਦੇ ਫਲੋਰ ਦੇ ਵਿੱਚ ਅਸੀਂ ਕਰੈਕਟਰ ਪਲੇ ਕਰਨੇ ਆ, ਕਿਵੇਂ ਦਿੱਲੀ ਵੀ ਇਹੋ ਜਿਹਾ ਇੰਸੀਡੈਂਟ ਹੋਇਆ ਸੈਸ਼ਨ ਸੱਦ ਕੇ, ਇਹ ਐਟ ਦੀ ਐਂਡ ਇਹ ਕਨਫਲਿਕਟ ਜਾਂ ਫਜ਼ੂਲ ਖਰਚੀ ਜਿਹੜੀ ਹੈਗੀ ਆ ਪੰਜਾਬ ਨੂੰ ਲੈ ਡੁੱਬੂਗੀ। ਤੇ ਮੈਂ ਇੱਥੇ ਸਾਹਿਬ ਮੈਂ ਇੱਥੇ ਇਹ ਵੀ ਕਹਿਣ, ਜਿਹੜੀ ਤੋਰ ਜਾਂ ਜਿਹੜੀ ਰਫਤਾਰ ਜਾਂ ਜਿਹੜਾ ਰਸਤਾ ਅਸੀਂ ਇਹ ਫੜ ਲਿਆ ਵਾ ਅੱਜ ਪੰਜਾਬ ਦੇ ਸਰਕਾਰ ਨੇ ਤੇ ਗਵਰਨਰ ਸਾਹਿਬ ਨੇ, ਇਹ ਕੋਈ ਸਿਖਾਲਾ ਨਹੀਂਗਾ। ਪੰਜਾਬ ਵਰਗੇ ਜਿਹੜਾ ਇੱਕ ਬਾਰਡਰ ਸਟੇਟ ਆ ਜਿੱਥੇ ਪੈਸੇ ਹੈ ਨਹੀਂਗੇ, ਜੇ ਮੈਂ ਅਗਲੇ ਐਪੀਸੋਡ ਵਿੱਚ ਗੱਲ ਕਰੂੰਗੀ ਵੀ ਜਿਸ ਹਿਸਾਬ ਦਾ ਮਾਹੌਲ ਬਣਿਆ ਆਰਟੀਕਲ 356 ਦਾ ਵੀ ਯੂਜ਼ ਹੋ ਸਕਦਾ। ਥੈਂਕ ਯੂ ਰਾਣਾ ਜੀ। ਇਸ ਮਾਮਲੇ ਤੇ ਗੱਲ ਕੀਤੀ ਹੈ ਡਾਕਟਰ ਬਰਾਗੀ ਨੇ। ਦੇਖੋ ਮਾਮਲਾ ਤਾਂ ਹਾਈ ਵੱਡਾ, ਜਦੋਂ ਦੋਨਾਂ ਵੱਡੇ ਆਗੂਆਂ ਦਾ ਟਕਰਾਅ ਹੋਏ, ਤੁਸੀਂ ਮੁੱਖ ਵਿਰੋਧੀ ਧਿਰ ਦੀ ਨੁਮਾਇੰਦਗੀ ਦੇ ਤੌਰ ਤੇ ਗੱਲ ਕਰ ਰਹੇ ਹੋ, ਇਹੋ ਜਿਹੀ ਸਥਿਤੀ 'ਚ ਪੰਜਾਬ ਦਾ ਕੀ ਅਸਰ ਹੋ ਸਕਦਾ? ਕਿਉਂਕਿ ਗਵਰਨਰ ਆਪਣੀ ਜਗ੍ਹਾ ਤੇ ਗੱਲ ਕਰ ਰਿਹਾ, ਮੁੱਖ ਮੰਤਰੀ ਆਪਣੀ ਜਗ੍ਹਾ ਤੇ ਗੱਲ ਕਰ ਰਿਹਾ, ਪਰ ਲਗਾਤਾਰ ਨੁਕਸਾਨ ਤਾਂ ਸੂਬੇ ਦਾ ਆਉਣ ਵਾਲੇ ਦਿਨਾਂ 'ਚ ਇਹ ਟਕਰਾਅ ਕਿਤੇ ਵੱਡੇ ਸੰਵਿਧਾਨਕ ਸੰਕਟ ਵੱਲ ਵੀ ਸੰਕੇਤ ਦੇ ਸਕਦਾ ਹੈ, ਜਿਹਦੀ ਸਾਡਾ ਸੂਬਾ ਜਾਂ ਸਾਡੀ ਸਟੇਟ ਜਿਹੜੀ ਹੈਗੀ ਹੈ ਗਵਾਰਾ ਨਹੀਂ ਖਾ ਸਕਦੀ ਜੀ। ਦੇਖੋ ਸਿੱਧੂ ਸਾਹਿਬ, ਬਿਲਕੁਲ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਹਰਜਾਨਾ ਪੰਜਾਬ ਭੁਗਤ ਸਕਦਾ, ਕਿਉਂਕਿ ਪਹਿਲਾਂ ਵੀ ਗੱਲ ਕੀਤੀ ਹੈ ਵੀ ਜਿਹੜੇ ਦੋਨੇ ਅਹੁਦੇ ਹੈਗੇ ਆ ਸੰਵਿਧਾਨਕ ਅਹੁਦੇ ਪੈਰਲਲ ਇੱਕ ਦੂਜੇ ਦੇ ਨਾਲ ਤਾਲਮੇਲ ਬਣਾ ਕੇ ਚੱਲਣਾ ਪੈਣਾ। ਪਰ ਭਗਵੰਤ ਮਾਨ ਸਾਹਿਬ ਹੋਰਾਂ ਦੇ ਮਤਲਬ ਕਿ ਰਵੱਈਆ ਹੀ ਇਦਾਂ ਦਾ ਇਨਮੈਚੁਰ, ਜਿਵੇਂ ਬੂਟਾ ਜੀ ਨੇ ਗੱਲ ਦੱਸੀ ਵੀ ਪਹਿਲਾਂ ਵੀ ਆਇਆ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਨਿਮ ਕੇ ਸਾਰੇ ਸੈਂਟਰ ਤੋਂ ਕੰਮ ਲੈਂਦੇ ਆਏ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਰੱਖਿਆ। ਜੇ ਅਸੀਂ ਕਿਸੇ ਤੋਂ ਆਂਢ ਗੁਆਂਢ 'ਚ ਵੀ ਕੋਈ ਚੀਜ਼ ਲੈਣੀ ਹੁੰਦੀ ਹੈ ਸਾਨੂੰ ਨਿਮਰਤਾ ਤਾਂ ਰੱਖਣੀ ਪੈਂਦੀ ਹੈ, ਤੇ ਜੇ ਅਸੀਂ ਧੌਣ ਦੇ 'ਚ ਕਿੱਲਾ ਰੱਖਾਂਗੇ ਵੀ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ, ਭਾਈ ਜੇ ਤੂੰ ਪੰਜਾਬ ਦਾ ਮੁੱਖ ਮੰਤਰੀ ਹੈ, ਉਹ ਗਵਰਨਰ ਆ ਤੇ ਉਹ ਤੇਰੇ ਨਾਲ ਉੱਪਰ ਪੋਸਟ ਹੈਗੀ ਆ ਸੰਵਿਧਾਨਕ ਤੌਰ ਤੇ ਤੈਨੂੰ ਉਹਦੀ ਗੱਲ ਮੰਨਣੀ ਪੈਣੀ ਆ। ਸੋ ਇਸ ਕਲੈਸ਼ ਦੇ ਵਿੱਚ ਨੈਚੁਰਲੀ ਪੰਜਾਬ ਦਾ ਨੁਕਸਾਨ ਹੋਣਾ ਕੀ ਆ, ਹੋ ਹੀ ਰਿਹਾ। ਜੇ ਇਹਨਾਂ ਦੀ ਗਵਰਨਰ ਸਾਹਿਬ ਨਾਲ ਚੰਗੀ ਬਣਦੀ ਹੁੰਦੀ, ਸਾਨੂੰ ਇੱਥੇ ਜਿਹੜੇ ਫਲੱਡਸ ਆਏ ਆ ਉਹਨਾਂ ਪ੍ਰਤੀ ਰਾਹਤ ਮਿਲਦੀ। ਪਰ ਰਾਣਾ ਜੀ ਇਸ ਗੱਲ ਦਾ ਕੀ ਜਵਾਬ ਦੇਵੋਗੇ, ਜਿਹੜਾ ਆਪ ਵੱਲੋਂ ਲਗਾਤਾਰ ਇਹ ਕਿਹਾ ਜਾਂਦਾ ਹੈ ਕਿ ਫੈਡਰਲ ਢਾਂਚੇ 'ਚ ਸਿੱਧੇ ਤੌਰ ਤੇ ਦਖਲ ਹੈ, ਕਾਂਗਰਸ ਵੀ ਤਾਂ ਫੈਡਰਲ ਢਾਂਚੇ ਦਖਲ ਦੇ ਖਿਲਾਫ ਹੈ ਰਾਣਾ ਜੀ? ਦੇਖੋ ਤੁਸੀਂ ਮੇਰੀ ਗੱਲ, ਜੇ ਵਿਜੀਲੈਂਸ ਦਿੱਲੀ ਦੇ ਵਿੱਚ ਕਾਰਵਾਈ ਕਰਦੀ ਆ ਤਾਂ ਫੈਡਰਲ ਸਟਰਕਚਰ ਨੂੰ ਖਤਰਾ, ਢਾਂਚੇ ਨੂੰ ਖਤਰਾ। ਜੇ ਪੰਜਾਬ ਦੇ ਵਿੱਚ ਇਹ ਕਰਦੇ ਆ, ਦੂਜੀਆਂ ਪਾਰਟੀਆਂ ਦੇ ਨਾਲ ਵੈਂਡੇਟਾ ਪੋਲਿਟਿਕਸ ਕਰਦੇ, ਕੀ ਫਿਰ ਉਹ ਸਟਰਕਚਰ ਦੇ ਵਿੱਚ ਹੈਗੀ ਆ ਸੰਵਿਧਾਨਕ ਗੱਲਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਕਰ ਰਹੇ ਆ? ਸੋ ਜਿਹੜਾ ਵੀ ਪੈਮਾਨਾ, ਉਹਦੇ ਮਾਪਦੰਡ ਦੋ ਨਹੀਂ ਹੋਣੇ ਚਾਹੀਦੇ, ਇੱਕ ਹੀ ਹੋਣੇ ਚਾਹੀਦੇ ਆ ਜੀ। ਥੈਂਕ ਯੂ ਵੈਰੀ ਮਚ। ਤੁਹਾਡਾ ਵਿਊ ਪੁਆਇੰਟ ਵੀ ਆ ਗਿਆ। ਫਿਰ ਆਵਾਂਗੇ ਰਾਣਾ ਜੀ ਇਸ ਮੁੱਦੇ ਉੱਤੇ। ਕਪੂਰ ਸਾਹਿਬ, ਜੋ ਗੱਲ ਜਿਸ ਸਿਸਟਮ ਦੀ ਆਪਾਂ ਕਰ ਰਹੇ ਹਾਂ, ਡਾਕਟਰ ਬਰਾਗੀ ਨੇ ਕਿਧਰੇ ਇਹ ਵੀ ਸਵਾਲ ਉਠਾਇਆ ਕਿ ਠੀਕ ਹੈ ਕਿ ਮੁੱਖ ਮੰਤਰੀ ਦੀ ਆਪਣੀ ਜਗ੍ਹਾ ਤੇ ਭੂਮਿਕਾ ਹੈ, ਜਵਾਬਦੇਹ ਹੈ ਗਵਰਨਰ ਦੇ ਅੱਗੇ, ਪਰ ਉਹਨਾਂ ਨੇ ਇੱਕ ਇਹ ਸਵਾਲ ਵੀ ਕੀਤਾ ਹੈ ਜਦੋਂ ਗਵਰਨਰ ਇਸ ਤਰ੍ਹਾਂ ਬਿਹੇਵ ਕਰਦੇ ਹੈ, ਕਿਤੇ ਕਹਿੰਦੇ ਉਹਨਾਂ 'ਚੋਂ ਭਾਜਪਾ ਨਜ਼ਰ ਆਉਂਦੀ ਹੈ ਉਹਨਾਂ ਦੀਆਂ ਕਾਰਵਾਈਆਂ 'ਚੋਂ ਜੀ। ਕਪੂਰ ਸਾਹਿਬ देखो गल पता क्या है कि मैं महसूस करना कि आम आदमी पार्टी की सरकार चाहे वो पंजाब ਦੇ ਵਿੱਚ ਹੋਵੇ और चाहे दिल्ली ਦੇ ਵਿੱਚ ਹੋਵੇ, ਇਹਨਾਂ ਦਾ ਬਿਹੇਵੀਅਰ ਐਸਾ ਹੈਗਾ ਵਾ ਕਿ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਤੇ ਨਾ ਸਾਡੇ ਤੋਂ ਉੱਪਰ ਕੋਈ ਵੀ ਨਹੀਂ ਹੈਗਾ, ਆਪਾਂ ਕਿਸੇ ਨੂੰ ਉੱਪਰ ਵਾਲੇ ਨੂੰ ਮੰਨਦੇ ਵੀ ਨਹੀਂ। ਕਿ ਦਿੱਲੀ ਦੀ ਉਦਾਹਰਣ ਲੈ ਕੇ ਦੇਖ ਲਓ ਕਿ ਦਿੱਲੀ 'ਚ ਇਹਨਾਂ ਤੋਂ ਪਹਿਲੇ ਸ਼ੀਲਾ ਦੀਕਸ਼ਿਤ ਦੀ ਸਰਕਾਰ ਸੀ ਔਰ ਸ਼ੀਲਾ ਦੀਕਸ਼ਿਤ ਦੇ ਟਾਈਮ ਦੇ ਉੱਤੇ ਬੀਜੇਪੀ ਦੀ ਵੀ ਸਰਕਾਰ ਸੈਂਟਰ ਦੇ ਵਿੱਚ ਰਹੀ ਹੈ, ਉਹਨਾਂ ਨੇ ਬੜਾ ਅੱਛਾ ਕੋਆਰਡੀਨੇਸ਼ਨ ਰੱਖਿਆ। ਪੰਜਾਬ ਦੇ ਵਿੱਚ ਜੇ ਬਾਦਲ ਸਾਹਿਬ ਦੀ ਸਰਕਾਰ ਰਹੀ ਹੈ, ਸੈਂਟਰ 'ਚ ਲੰਬੇ ਅਰਸੇ ਤੱਕ ਕਾਂਗਰਸ ਦੀ ਸਰਕਾਰਾਂ ਰਹੀਆਂ, ਬਟ ਇੱਕ ਕੋਆਰਡੀਨੇਸ਼ਨ ਬਣਾ ਕੇ ਰੱਖਿਆ ਹੈ, ਹਾਲਾਂਕਿ ਦੋਨੋਂ ਇੱਕ ਦੂਜੇ ਦੇ ਧੁਰ ਵਿਰੋਧੀ ਰਹੇ। ਬਟ ਇਹ ਜਿਹੜਾ ਇਹਨਾਂ ਦਾ ਐਟੀਟਿਊਡ ਹੈ ਨਾ, ਇਹਨਾਂ ਦੇ ਚੀਫ ਮਿਨਿਸਟਰ ਦਾ, ਚਾਹੇ ਉਹ ਅਰਵਿੰਦ ਕੇਜਰੀਵਾਲ ਜੀ ਹੋਣ ਚਾਹੇ ਭਗਵੰਤ ਮਾਨ ਜੀ ਹੋਣ, ਇਹਨਾਂ ਦਾ ਮਾਈਂਡ ਬਿਲਕੁਲ ਕਲੀਅਰ ਹੈ ਕਿ ਆਪਾਂ ਗਵਰਨਰ ਨੂੰ ਕਿਸੇ ਵੀ ਕੀਮਤ ਤੇ ਟੋਲਰੇਟ ਨਹੀਂ ਕਰਨਾ ਔਰ ਗਵਰਨਰ ਦਾ ਵਿਰੋਧ ਕਰਕੇ ਉਹ ਸਮਝਦੇ ਆ ਕਿ ਆਪਾਂ ਬੀਜੇਪੀ ਦਾ ਵਿਰੋਧ ਕਰਨੇ ਪਏ ਹਾਂ ਔਰ ਇਸ ਚੀਜ਼ ਦੀ ਬਿਲਕੁਲ ਇਗਨੋਰ ਕਰ ਦਿੰਦੇ ਆ ਕਿ ਗਵਰਨਰ ਨੂੰ ਰਾਸ਼ਟਰਪਤੀ ਨੇ ਲਗਾਇਆ ਔਰ ਸੰਵਿਧਾਨ ਦੇ ਕਾਨੂੰਨ ਦੇ ਮੁਤਾਬਕ ਗਵਰਨਰ ਨੂੰ ਕੰਮ ਕਰਨਾ ਉਹਦੀ ਜ਼ਿੰਮੇਵਾਰੀ ਹੈ। ਔਰ ਜੇ ਗਵਰਨਰ ਸਾਹਿਬ ਕਾਨੂੰਨ ਦੀ ਪਾਲਣਾ ਨਹੀਂ ਕਰਨਗੇ ਤੇ ਉਹ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਹੀਂ ਨਿਭਾ ਰਹੇ। तो समस्या सब तो बड़ी गलती ये सोच दी
ਜੇ ਇਹਨਾਂ ਨੂੰ ਪੰਜਾਬ ਦੀ ਚਿੰਤਾ ਹੋਵੇ ਨਾ ਸਿੱਧੂ ਸਾਹਿਬ, ਇਹ ਗਵਰਨਰ ਆਫਿਸ ਨਾਲ ਇੱਕ ਕੋਆਰਡੀਨੇਸ਼ਨ ਬਣਾ ਕੇ ਰੱਖਣ ਔਰ ਸੈਂਟਰ ਨਾਲ ਵੀ ਕੋਆਰਡੀਨੇਸ਼ਨ ਬਣਾ ਕੇ ਰੱਖਣ, ਕਿਉਂਕਿ ਜੀ। ਅਲਟੀਮੇਟਲੀ ਜਿਹੜੇ ਫੰਡ ਆਦੇ ਹੁੰਦੇ ਆ ਉਹ ਸੈਂਟਰ ਤੋਂ ਆਦੇ ਹੁੰਦੇ ਆ। ਬਟ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਨਾ ਇੱਕ ਅਜੀਬ ਤਰੀਕੇ ਦਾ ਐਟੀਟਿਊਡ ਅਡਾਪਟ ਕੀਤਾ ਹੋਇਆ ਹੈ। ਇਹਨਾਂ ਨੇ ਗਵਰਨਰ ਆਫਿਸ ਨਾਲ ਵੀ ਲੜਾਈ ਪਾ ਕੇ ਰੱਖੀ ਹੋਈ ਹੈ ਔਰ ਕੇਂਦਰ ਦੀ ਸਰਕਾਰ ਨਾਲ ਵੀ ਲੜਾਈ ਪਾ ਕੇ ਰੱਖੀ ਹੋਈ ਹੈ। ਮੈਂ ਸਮਝਦਾ ਕਿ ਇਹਦੇ ਵਿੱਚ ਜੇ ਸਭ ਤੋਂ ਵੱਡਾ ਕੋਈ ਸਫਰ ਕਰਦਾ ਪਿਆ ਹੈ ਨਾ, ਉਹ ਪੰਜਾਬ ਸਫਰ ਕਰਦਾ ਪਿਆ ਹੈ। ਬਿਲਕੁਲ ਸਹੀ। ਕਪੂਰ ਸਾਹਿਬ, ਪੰਜਾਬ ਜਦੋਂ ਜੀ ਸਰ ਪੰਜਾਬ ਦੇ ਲੋਕ ਸਫਰ ਕਰਦੇ ਪਏ ਜੀ, ਜੋ ਪੰਜਾਬ ਸਫਰ ਕਰਨ ਦੀ ਗੱਲ ਕਰਦੇ ਹਾਂ, ਇੱਕ ਸਵਾਲ ਜਿਹੜਾ ਸੰਵਿਧਾਨਕ ਸੰਕਟ ਬਾਰੇ ਜੋ ਗਵਰਨਰ ਨੇ ਹੁਣ ਤਾਜ਼ਾ ਪੱਤਰ ਲਿਖਿਆ, ਉਹਨੇ ਸਾਫ਼ ਤੌਰ ਤੇ ਲਿਖਿਆ ਹੈ ਕਿ ਜੇ ਇਸ ਤਰ੍ਹਾਂ ਦੀ ਸਥਿਤੀ ਬਣੇਗੀ ਤਾਂ ਸੰਵਿਧਾਨਕ ਤੌਰ ਤੇ ਆਉਣ ਵਾਲੇ ਦਿਨਾਂ 'ਚ ਗੰਭੀਰ ਸਿੱਟੇ ਨਿਕਲ ਸਕਦੇ ਇਸ ਸਥਿਤੀ ਦੇ ਵਿੱਚੋਂ। ਕੀ ਲੱਗਦਾ ਹੈ ਜੇ ਟਕਰਾਅ ਬਣਿਆ ਰਿਹਾ ਤਾਂ ਪੰਜਾਬ ਦਾ ਜਿਹੜਾ ਡੈਮੋਕ੍ਰੈਟਿਕ ਸੈਟਅਪ ਹੈ, ਜਮਹੂਰੀ ਸਿਸਟਮ ਹੈ ਜੋ ਲੋਕਾਂ ਨੇ ਸਰਕਾਰ ਚੁਣ ਕੇ ਬਣਾਈ ਹੈ, ਜੇ ਇਸ ਤਰ੍ਹਾਂ ਦਾ ਤੰਤਰ ਚੱਲਦਾ ਰਿਹਾ ਤਾਂ ਇਹਦੇ ਗੰਭੀਰ ਸਿੱਟੇ ਵੀ ਹੋ ਸਕਦੇ ਆਉਣ ਵਾਲੇ ਦਿਨਾਂ 'ਚ, ਕਿਉਂਕਿ ਆਖਰ ਗੱਲ ਕਿਤੇ ਰੁਕਣ ਦਾ ਨਾਂ, ਕਿਤੇ ਗੱਲ ਰੁਕ ਨਹੀਂ ਰਹੀ। ਸਿੱਧੂ ਸਾਹਿਬ, ਆਪਾਂ ਤੇ ਚਾਹੁੰਦੇ ਆ ਕਿ ਇਸ ਹੱਦ ਤੱਕ ਨੌਬਤ ਨਾ ਜਾਵੇ ਔਰ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਦੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਨੂੰ ਸਦਬੁੱਧੀ ਆਵੇ ਔਰ ਇੱਕ ਕੋਆਰਡੀਨੇਸ਼ਨ ਦੇ ਨਾਲ ਪੰਜਾਬ ਦੀ ਸਰਕਾਰ ਨੂੰ ਚਲਾਉਣ ਦੀ ਕੋਸ਼ਿਸ਼ ਕਰਨ। ਬਟ ਅਨਫੋਰਚੂਨੇਟਲੀ ਜੇ ਹਰ ਵਾਰੀ ਉਹ ਗਵਰਨਰ ਆਫਿਸ ਦਾ ਟਕਰਾਅ ਪੈਦਾ ਕਰਨਗੇ ਔਰ ਜਿਸ ਤਰੀਕੇ ਹੁਣ ਤੁਸੀਂ ਐਤਕੀ ਦੇਖੋ ਕਿ ਐਤਕੀ ਜਿਹੜਾ ਸੈਸ਼ਨ ਕਾਲ ਕੀਤਾ ਗਿਆ, ਇੰਨਾ ਪੈਸਾ ਖਰਚ ਹੋਇਆ ਔਰ ਇਸ ਤਰ੍ਹਾਂ ਦਾ ਸੈਸ਼ਨ ਇੱਕ ਇਲੀਗਲ ਕਰਾਰ ਦਿੱਤਾ ਜਾ ਰਿਹਾ ਹੈਗਾ। ਅਲਟੀਮੇਟਲੀ ਹੁੰਦਾ ਤੇ ਇਹ ਪਿਆ ਹੈਗਾ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ, ਟਾਈਮ ਬਰਬਾਦ ਕੀਤਾ ਜਾ ਰਿਹਾ ਹੈ। ਤੁਸੀਂ ਅਗਰ ਉਹ ਸੈਸ਼ਨ ਨੂੰ ਧਿਆਨ ਨਾਲ ਦੇਖੋ ਨਾ, ਉਹ ਚਲੋ 4 ਬਿੱਲ ਜ਼ਰੂਰ ਪਾਸ ਹੋਏ ਪਰ ਜ਼ਿਆਦਾਤਰ ਸੈਸ਼ਨ ਨਾ ਉਹਨਾਂ ਨੇ ਓਪੋਜੀਸ਼ਨ ਨੂੰ ਭੰਨਣ ਦੇ ਵਿੱਚ ਹੀ ਲਾਇਆ ਹੋਇਆ ਸੀ। ਬਿੱਲਾਂ ਦੀ ਚਿੰਤਾ ਘੱਟ ਹੈਗੀ ਸੀ ਔਰ ਜਿਹੜਾ ਓਪੋਜੀਸ਼ਨ ਨੂੰ ਭੰਨਣਾ ਸੀ ਉਹ ਜ਼ਿਆਦਾ ਹੈਗਾ ਸੀ, ਓਪੋਜੀਸ਼ਨ ਨੂੰ ਕ੍ਰਿਟਿਸਾਈਜ਼ ਕਰਨਾ ਸੀ ਉਹ ਜ਼ਿਆਦਾ ਹੈਗਾ ਸੀ। ਔਰ ਇੱਕ ਮੈਂ ਤੁਹਾਨੂੰ ਪਿੱਛੇ ਵੀ ਯਾਦ ਕਰਾਉਣਾ ਚਾਹੁੰਦਾ, ਇੱਕ ਵਾਰੀ ਇਹਨਾਂ ਨੇ ਸੈਸ਼ਨ ਜਦੋਂ ਕਾਲ ਕੀਤਾ ਸੀ ਆਪਣੀ ਸਟਰੈਂਥ ਦਿਖਾਉਣ ਦੀ ਕਿ ਭਈ ਸਾਡੇ ਕੋਲ 92 ਦੀ ਸਟਰੈਂਥ ਹੈਗੀ ਹੈ, ਜਿਹੜਾ ਬਿਲਕੁਲ ਬੇਫਜ਼ੂਲ ਸੀ, ਜਿਹਦੀ ਜ਼ਰੂਰਤ ਨਹੀਂ ਸੀ, ਫਿਰ ਵੀ ਕਾਲ ਕੀਤਾ ਗਿਆ। ਅਲਟੀਮੇਟਲੀ ਉਹ ਕਰਦੇ ਇਹ ਪਏ ਹੈ ਕਿ ਆਪਣੇ ਆਪ ਨੂੰ ਲਾਈਮਲਾਈਟ 'ਚ ਰੱਖਣ ਲਈ ਸੈਸ਼ਨ ਨੂੰ ਕਾਲ ਕਰ ਰਹੇ ਹੈ, ਨਾ ਕਿ ਬੇਸਿਕਲੀ ਪੰਜਾਬ ਦੇ ਮੁੱਦਿਆਂ ਲਈ ਸੈਸ਼ਨ ਨੂੰ ਕਾਲ ਕੀਤਾ ਜਾ ਰਿਹਾ ਹੈ। ਓਪੋਜੀਸ਼ਨ ਨੇ ਕਿੰਨੀ ਵਾਰੀ ਡਿਮਾਂਡ ਕੀਤੀ ਹੈ ਕਿ ਪੰਜਾਬ ਦਾ ਲਾਅ ਐਂਡ ਆਰਡਰ ਬਹੁਤ ਖਰਾਬ ਸਥਿਤੀ ਚੱਲਦਾ ਪਿਆ, ਉਹਦੇ ਤੇ ਤੁਸੀਂ ਕੁਝ ਰੱਖ ਲਓ। ਅੱਜ ਤੱਕ ਇੱਕ ਵੀ ਮੀਟਿੰਗ ਇਹਨਾਂ ਨੇ ਲਾਅ ਐਂਡ ਆਰਡਰ ਦੇ ਮੁੱਦੇ ਤੇ ਨਹੀਂ ਰੱਖ ਪਾਏਗੇ। ਗੱਲਾਂ ਸੈਂਟਰ ਦੇ ਖਿਲਾਫ ਬੜੀਆਂ ਕਰਦੇ ਆ, ਅੱਜ ਤੱਕ ਨਾ ਆਲ ਪਾਰਟੀ ਮੀਟਿੰਗ ਕਾਲ ਕਰ ਪਾਏ ਹੈ। ਸੋ ਅਲਟੀਮੇਟਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਹੁਤ ਅੱਛੇ ਤਰੀਕੇ ਸਮਝਣਾ ਪਏਗਾ ਕਿ ਜੇ ਉਹ ਪੰਜਾਬ ਨੂੰ ਸਹੀ ਤਰੀਕੇ ਚਲਾਉਣਾ ਚਾਹੁੰਦੇ ਹੈਗੇ ਹੈ ਜੀ, ਉਹਨਾਂ ਨੂੰ ਸੰਵਿਧਾਨ ਦੇ ਦਾਇਰੇ 'ਚ ਰਹਿੰਦੇ ਹੋਏ, ਗਵਰਨਰ ਸਾਹਿਬ ਦੀ ਇੱਜ਼ਤ ਕਰਦੇ ਹੋਏ, ਗਵਰਨਰ ਸਾਹਿਬ ਦੇ ਸਵਾਲਾਂ ਦੇ ਜਵਾਬ ਵੀ ਦੇਣੇ ਪੈਣਗੇ ਔਰ ਜੋ ਵੀ ਏਜੰਡਾ ਹੈਗਾ ਵਾ ਸੰਵਿਧਾਨ ਦੇ ਮੁਤਾਬਿਕ ਜਦੋਂ ਗਵਰਨਰ ਸਾਹਿਬ ਨੂੰ ਟਾਈਮਲੀ ਪਹੁੰਚਣਾ ਚਾਹੀਦਾ ਹੈ, ਉਹਨਾਂ ਨੂੰ ਭੇਜਣਾ ਵੀ ਪਏਗਾ। ਇਹ ਆਪਣੀ ਮਰਜ਼ੀ ਦੇ ਨਾਲ, ਆਪਣੇ ਤਰੀਕੇ ਦੇ ਨਾਲ ਨਵਾਂ ਸੰਵਿਧਾਨ ਲਿਖਣ ਦੀ ਕੋਸ਼ਿਸ਼ ਨਾ ਕਰਨ। ਇਹ ਚਾਹੁੰਦੇ ਆ ਨਵਾਂ ਸੰਵਿਧਾਨ ਲਿਖਣਾ ਆਪਣੇ ਤਰੀਕੇ ਦੇ ਨਾਲ, ਥੈਂਕ ਯੂ ਪ੍ਰੈਕਟੀਕਲੀ ਪੋਸੀਬਲ ਨਹੀਂ। ਖੂਸਾ ਤੁਹਾਡਾ ਵਿਊ ਪੁਆਇੰਟ ਆ ਗਿਆ। ਬੀਬਾ ਸੋਲ, ਜਦੋਂ ਆਪਾਂ ਗੱਲ ਕਰਦੇ ਹਾਂ ਵਿਰੋਧੀ ਧਿਰਾਂ ਦੀ, ਜਿੱਦਾਂ ਕਪੂਰ ਜੀ ਨੇ ਕਿਹਾ ਵੀ ਸਰ ਜਿਹੜਾ ਸੈਸ਼ਨ ਬੁਲਾਇਆ ਜਾਂਦਾ ਵਿਰੋਧੀ ਧਿਰਾਂ ਦੀ ਨਿਖੇਧੀ ਕਰਨ ਲਈ, ਉਹਨਾਂ ਨੂੰ ਬਦਨਾਮ ਕਰਨ ਲਈ, ਪਰ ਦੂਜੇ ਪਾਸੇ ਜਿਹੜੀ ਹਾਕਮ ਧਿਰ ਹੈ ਉਹ ਕਹਿੰਦੀ ਕਿ ਜਿਹੜਾ ਸਾਰੀਆਂ ਵਿਰੋਧੀ ਧਿਰਾਂ ਹੈ ਉਹ ਮੈਨੂੰ ਜਾਂ ਸਰਕਾਰ ਨੂੰ ਬਦਨਾਮ ਕਰਦੇ ਲੱਗੀਆਂ ਰਹਿੰਦੀਆਂ, ਉਹਨਾਂ ਕੋਲੇ ਹੋਰ ਕੋਈ ਏਜੰਡਾ ਹੀ ਨਹੀਂ, ਕਹਿੰਦੇ ਸਵਾਏ ਮੈਨੂੰ ਭੰਡਣ ਦੇ। ਜਦੋਂ ਵੀ ਮੌਕਾ ਆਉਂਦਾ ਹੈ ਉਹ ਮੁੱਖ ਮੰਤਰੀ ਜਾਂ ਆਪ ਦੀ ਸਰਕਾਰ ਹੈ ਉਸ ਨੂੰ ਬਦਨਾਮ ਕਰਦੇ ਆ, ਚਾਹੇ ਉਹ ਕਹਿੰਦੇ ਗੁਰਬਾਣੀ ਪ੍ਰਸਾਰਨ ਦਾ ਮਾਮਲਾ ਹੋਵੇ, ਦੂਜੇ ਮਾਮਲਿਆਂ ਦੀ ਗੱਲ ਹੋਵੇ, ਤਾਂ ਉਹਨਾਂ ਦੇ ਕਿਉਂਕਿ ਆਪਣੇ ਏਜੰਡੇ ਹੁੰਦੇ ਆ, ਆਪਣੇ ਕਾਰੋਬਾਰ ਬਚਾਉਣੇ ਹੁੰਦੇ ਆ, ਇਸ ਕਰਕੇ ਸਰਕਾਰ ਤੇ ਅਟੈਕ ਕਰਦੀਆਂ ਵਿਰੋਧੀ ਧਿਰਾਂ। ਜੀਪੀ ਬਸੋਲ ਕੀ ਕਹਾਂ ਕਿ ਮੈਂ ਬੇਬੁਨਿਆਦ ਜਿਹਾ ਉਹਨਾਂ ਦਾ ਇਹ ਬਿਆਨ ਹੈ। ਤੁਸੀਂ ਇਹ ਦੇਖੋ ਕਿ ਫਰਸਟ ਡੇ ਤੋਂ ਕਿ ਆਮ ਆਦਮੀ ਪਾਰਟੀ ਦਾ ਕੰਮ ਕੀ ਹੈਗਾ। ਇੱਕ ਤਾਂ ਮੀਡੀਆ ਕੌਨਸ਼ੀਅਸ ਪਾਰਟੀ ਹੈ ਔਰ ਦੂਸਰੀ ਇਹਨਾਂ ਦਾ ਐਡਵਰਟਾਈਜ਼ ਸ਼ੁਰੂ ਦਿਨ ਤੋਂ ਜੋ ਇਹ ਗਰੰਟੀਆਂ ਲੈ ਕੇ ਆਏ ਸੀ, ਜੋ 3 ਕਰੋੜ ਜਨਤਾ ਨੂੰ ਵਾਅਦਾ ਕੀਤਾ ਸੀ, ਉੱਤੇ ਤਾਂ ਬਿਲਕੁਲ ਹੀ ਫੇਲੀਅਰ ਸਿੱਧ ਹੋਏ ਨੇ, ਤਾਂ ਹੀ ਗਵਰਨਰ ਨੂੰ ਇੰਟਰਫੇਅਰ ਕਰਨਾ ਪਿਆ ਸੀ। ਦੂਸਰੀ ਗੱਲ, ਸਰਕਾਰਾਂ ਨੂੰ ਭੰਡਣ ਦੀ ਗੱਲ ਤਾਂ ਇਹਨਾਂ ਕੀਤੀ। ਲੋਕਾਂ ਨੇ ਏਡਾ ਵੱਡਾ ਲੋਕ ਫਤਵਾ ਦਿੱਤਾ, ਇਹਨਾਂ ਨੂੰ 92 ਸੀਟਾਂ ਮਿਲੀਆਂ, ਲੋਕਾਂ ਨੇ ਚੇਂਜ ਲਈ ਇਹਨਾਂ ਨੂੰ ਚੁਣਿਆ। ਤੇ ਇਹਨਾਂ ਕੋਲੇ ਜਦੋਂ ਤੁਸੀਂ ਜਵਾਬ ਲਓਗੇ, ਇਹ ਪਿਛਲੀਆਂ ਸਰਕਾਰਾਂ ਕਰ ਗਈਆਂ, ਰਵਾਇਤੀ ਪਾਰਟੀਆਂ ਕਰ ਗਈਆਂ, ਤੁਸੀਂ ਕੀ ਕੀਤਾ? ਤੁਹਾਡਾ ਹੋਮਵਰਕ ਕੀ ਹੈ 15 ਮਹੀਨਿਆਂ ਦਾ? ਜੋ ਤੁਸੀਂ ਪੰਜਾਬ ਨੂੰ ਵਾਅਦੇ ਕੀਤੇ ਸੀ, ਹਰ ਜਗ੍ਹਾ ਤੁਸੀਂ ਫੇਲ ਹੋ। ਜੇ ਅੱਜ ਨਸ਼ਿਆਂ ਦੀ ਗੱਲ ਕਰ ਲਓ, ਨਸ਼ੇ 10 ਗੁਣਾ ਨੇ। ਭ੍ਰਿਸ਼ਟਾਚਾਰ, ਜਿੱਥੇ ਸਾਡੇ ਸੀਐਮ ਸਾਹਿਬ ਕਹਿੰਦੇ ਸੀ ਮੇਰਾ ਹਰਾ ਪੈਨ ਚੱਲੂਗਾ,
ਤੇ ਕੋਈ ਐਜੀਟੇਸ਼ਨ ਨਹੀਂ ਲੱਗੂਗਾ, ਕੋਈ ਧਰਨਾ ਲੱਗੂਗਾ। ਅੱਜ ਹਰ ਵਰਗ ਇਹਨਾਂ ਨੂੰ ਰੋ ਰਿਹਾ, ਹਰ ਵਰਗ ਸੜਕਾਂ ਤੇ ਹੈ, ਹਰ ਵਰਗ ਧਰਨੇ ਲਾ ਕੇ ਬੈਠਾ ਹੈ, ਕਿਸਾਨ ਰੋ ਰਿਹਾ ਹੈ। ਤੁਸੀਂ ਇਹ ਦੇਖੋ ਪੰਜਾਬ ਦੇ ਹਾਲਾਤ ਕੀ ਬਣ ਗਏ ਨੇ, ਲਾਅ ਐਂਡ ਆਰਡਰ ਇਹਨਾਂ ਦਾ ਜ਼ੀਰੋ ਹੈ, ਦਿਨ ਦਿਹਾੜੇ ਕਤਲ, ਮਤਲਬ ਕਿੰਨੀਆਂ ਗੱਲਾਂ, ਲੰਬੀ ਲਿਸਟ ਇਹਨਾਂ ਦੀ ਨਲਾਇਕੀ ਦੀ, ਤਾਂ ਹੀ ਤਾਂ ਕਿਸੇ ਡਿਬੇਟ 'ਚ ਵੀ ਨਹੀਂ ਆਉਂਦੇ। ਤੇ ਫਿਰ ਇਹ ਕਹਿੰਦੇ ਜੀ ਸਾਨੂੰ ਵਿਰੋਧੀ ਧਿਰਾਂ ਪੰਡਦੀਆਂ, ਵਿਰੋਧੀ ਧਿਰਾਂ ਕੀ ਪੰਡਣਗੀਆਂ ਤੁਹਾਨੂੰ, ਤੁਸੀਂ ਚੰਗੇ ਕੰਮ ਕਰ ਲਓ ਤੇ ਵਿਰੋਧੀਆਂ ਕੋਲੇ ਕੋਈ ਹੋਏਗਾ ਹੀ ਨਹੀਂ ਮੁੱਦਾ ਤੁਹਾਡੇ ਬਾਰੇ ਕਹਿਣ ਦਾ, ਕੋਈ ਗੱਲ ਕਰਨ ਦਾ। ਪੰਜਾਬ ਦੇ ਲੋਕਾਂ ਨੂੰ ਉਮੀਦ ਸੀ ਫॉर ਚੇਂਜ, ਉਹਨਾਂ ਨੇ ਇਹਨਾਂ ਨੂੰ ਲੈ ਆਂਦਾ, ਪਰ ਇਹਨਾਂ ਨੇ ਕੀ ਕੀਤਾ? ਅੱਜ ਹੀ ਤੁਸੀਂ ਇਲੈਕਸ਼ਨ ਕਰਵਾ ਲਓ, ਪੰਜਾਬ ਦੇ ਲੋਕ ਕਹਿੰਦੇ ਜੀ ਆ ਤਾਂ ਅਸੀਂ ਗਲਤੀ ਕਰ ਗਏ ਕਿ ਇਹਨਾਂ ਨੂੰ ਵੋਟਾਂ ਪਾ ਲੀਆਂ। ਤਰਾਹੀ ਪੰਜਾਬ ਨੂੰ ਇਹਨਾਂ ਨੇ ਕਰਾਈ ਪਈ ਹੈ। ਹੁਣ ਤੁਸੀਂ ਦੇਖੋ ਅਨਨੈਸੈਸਰੀ ਸਿੱਖ ਸੰਸਥਾਵਾਂ ਦੇ ਅੰਦਰ ਇੰਟਰਫੇਅਰ ਕਰਨਾ ਸੀਐਮ ਸਾਹਿਬ ਦਾ, ਫਿਰ ਗੁਰਬਾਣੀ ਪ੍ਰਸਾਰਣ ਨੂੰ ਰੋਕਣਾ, ਮਤਲਬ ਬੇਫਜ਼ੂਲ ਜਿਹੜੇ ਮੁੱਦੇ ਜਿਨ੍ਹਾਂ 'ਚ ਸੀਐਮ ਦਾ ਕੋਈ ਕੰਮ ਹੀ ਨਹੀਂ ਹੈ ਬੋਲਣ ਦਾ, ਅੱਜ ਤੱਕ ਕੋਈ ਸਰਕਾਰਾਂ ਨਹੀਂ ਬੋਲੀਆਂ ਜਿਨ੍ਹਾਂ 'ਚ ਇਹ ਇੰਟਰਫੇਅਰ ਕਰਦੇ ਨੇ। ਫਿਰ ਇਹ ਕਹਿੰਦੇ ਸੀ ਜੀ ਸਿੱਧੂ ਸਾਹਿਬ ਇਹ ਕਹਿੰਦੇ ਸੀ ਜੀ ਕੋਈ ਫੋਟੋ ਨਹੀਂ ਲੱਗੇਗੀ, ਵੀਆਈਪੀ ਕਲਚਰ ਖਤਮ ਹੋ ਚੁੱਕਾ। ਤੁਸੀਂ ਅੱਜ ਇਹ ਦੇਖੋ ਕਿ ਅੰਮ੍ਰਿਤਸਰ ਹੈਰੀਟੇਜ ਸਟਰੀਟ ਦੇ ਉੱਤੇ ਜਿੱਥੇ ਅੱਗੇ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਸੀ, ਅੱਜ ਸਾਡੇ ਸੀਐਮ ਸਾਹਿਬ ਦੀ ਵੱਡੀ ਫੋਟੋ ਲਾ ਕੇ ਇਹਨਾਂ ਦੀ ਪਾਰਟੀ ਦਾ ਜਿਹੜਾ ਹੈ ਉਹ ਐਡਵਰਟਾਈਜ਼ਮੈਂਟ ਹੁੰਦੀ ਹੈ। ਮਤਲਬ ਤੁਸੀਂ ਆਪ ਦੀ ਪੀੜੀ ਥੱਲੇ ਸੋਟਾ ਮਾਰੋ ਕਿ ਤੁਸੀਂ ਕੀਤਾ ਕੀ ਹੈ ਪੰਜਾਬ ਲਈ, ਕਿੱਥੇ ਤੁਸੀਂ ਇੱਕ ਚੰਗੇ ਸੀਐਮ ਸਿੱਧ ਹੋ ਪਾਏ ਹੋ, ਹਾਲੇ ਤੱਕ ਤੁਸੀਂ ਕੁਝ ਚੰਗਾ ਨਹੀਂ ਕੀਤਾ ਪੰਜਾਬ ਲਈ। ਤੁਹਾਡਾ ਵਿਊ ਪੁਆਇੰਟ ਆ ਗਿਆ। ਡਾਕਟਰ ਬਰਾਗੀ, ਜਿਸ ਮਾਮਲੇ ਦੀ ਆਪਾਂ ਗੱਲ ਕਰ ਰਹੇ ਹਾਂ, ਦੇਖੋ ਜਦੋਂ ਆਪ ਦਾ ਜ਼ਿਕਰ ਹੁੰਦਾ ਕਿਧਰੇ ਉਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਜਿਹੜਾ ਗਵਰਨਰ ਹੈਗਾ ਉਹ ਕਹਿੰਦੇ ਇੱਕ ਤਰ੍ਹਾਂ ਦਾ ਵਿਰੋਧੀ ਤਰ੍ਹਾਂ ਦਾ ਅੱਡਾ ਬਣ ਗਿਆ। ਉਹ ਕਹਿੰਦੇ ਜਦੋਂ ਵੀ ਸਰਕਾਰ ਦੇ ਖਿਲਾਫ ਕੋਈ ਯਾਦ ਪੱਤਰ ਦੇਣਾ ਹੁੰਦਾ ਹੈ, ਕੋਈ ਇਸ਼ੂ ਹੁੰਦਾ, ਗਵਰਨਰ ਕੋਲੇ ਪਹੁੰਚ ਜਾਂਦੇ ਆ ਤੇ ਯਾਦ ਪੱਤਰ ਦਿੰਦੇ ਆ। ਉਹ ਕਹਿੰਦੇ ਇੱਕ ਤਰੀਕੇ ਨਾਲ ਗਵਰਨਰ ਜਿਹੜਾ ਹੈਗਾ ਵਿਰੋਧੀ ਤਰ੍ਹਾਂ ਦੀ ਭੂਮਿਕਾ ਨਿਭਾ ਰਿਹਾ, ਕਿਉਂਕਿ ਜਦੋਂ ਵੀ ਕੋਈ ਇਸ਼ੂ ਹੁੰਦਾ ਹੈ ਗਵਰਨਰ ਨੂੰ ਮਿਲਦੇ ਆ, ਮੀਡੀਆ 'ਚ ਕਰਵਾਉਂਦੇ ਆ ਗੱਲ, ਸਰਕਾਰ ਕਹਿੰਦੇ ਅਸੀਂ ਚਲਾਉਂਦੇ ਆ ਤੇ ਗਵਰਨਰ ਨੂੰ ਮੈਮੋਰੰਡਮ ਇਹ ਦੇਣ ਚਲੇ ਜਾਂਦੇ ਆ। ਦੇਖੋ ਜੀ, ਗਵਰਨਰ ਨੂੰ ਮੈਮੋਰੰਡਮ ਦੇਣਾ ਕੋਈ ਪਹਿਲੀ ਗੱਲ ਨਹੀਂ, ਜਾਂ ਦਰਖਾਸਤ ਦੇਣਾ, ਕੰਪਲੇਂਟ ਦੇਣਾ ਪਹਿਲੀ ਗੱਲ ਨਹੀਂ। ਪਹਿਲਾਂ ਵੀ ਪਾਰਟੀਆਂ ਜਾਂ ਉਹਨਾਂ ਦੇ ਨੁਮਾਇੰਦੇ ਜਾਂਦੇ ਰਹੇ ਆ, ਗਵਰਨਰ ਹਾਊਸ ਜਾਂਦੇ ਰਹੇ ਆ। ਗਵਰਨਰ ਹਾਊਸ ਪਬਲਿਕ ਲਈ ਆ, ਗਵਰਨਰ ਸੁਣਦਾ ਵੀ ਹੈਗਾ ਕੰਪਲੇਂਟ। ਪਰ ਸਭ ਜਿਹੜਾ ਕਨਫਲਿਕਟ ਮੇਨ ਇਹੀ ਹੈਗਾ ਵਾ ਵੀ ਜਿਹੜੀ ਇੱਕ ਪ੍ਰੈਜ਼ੀਡੈਂਟ ਸੈੱਟ ਹੋਈ ਵੀ ਆ, ਪਹਿਲਾਂ ਗਵਰਨਰ ਦਾ ਰੋਲ ਕੰਸਟ੍ਰੇਨ ਹੁੰਦਾ ਸੀ ਸਿਰਫ ਤੇ ਸਿਰਫ ਸਹੁੰ ਦਿਵਾਉਣ ਲਈ, ਕੌਂਸਲ ਆਫ ਮਿਨਿਸਟਰ ਨੂੰ ਅਪੁਆਇੰਟ ਕਰਨ ਲਈ, ਕਿਹੜੀ ਪਾਰਟੀ ਵੱਧ ਵੋਟਾਂ ਲੈ ਕੇ ਆਈ ਆ, ਜਾਂ ਬਿੱਲਾਂ ਤੇ ਸਾਈਨ ਕਰਨ ਦੇ ਲਈ, ਤੇ ਉਹ ਸਾਰਾ ਕੁਝ ਠਰਮੇ ਨਾਲ ਹੁੰਦਾ ਰਿਹਾ ਸੀਗਾ। ਪਰ ਹੁਣ ਕਾਫੀ ਕੁਝ ਜਿਵੇਂ ਕਹਿੰਦੇ ਹੁੰਦੇ ਸੂਈ ਦੇ ਨੱਕੇ ਵਿੱਚ ਦੀ ਲੰਘਣ ਵਾਲੀ ਗੱਲ ਹੋਈ ਪਈ ਆ। ਹਾਂ, ਤੇ ਗਵਰਨਰ ਨੋ ਡਾਊਟ ਇਹ ਸੂਈ ਦਾ ਨੱਕਾ ਕਨਸਟੀਟਿਊਸ਼ਨ ਹੀ ਆ, ਕੋਈ ਇਲੀਗਲਿਟੀ ਨਹੀਂ ਹੋ ਰਹੀ ਜਿੱਥੋਂ ਤੱਕ ਮੈਂ ਪੜ੍ਹਿਆ ਜਾਂ ਦੇਖਿਆ ਵਾ ਗਵਰਨਰ ਦੇ ਬਿਹਾਫ ਤੇ, ਕਿਉਂਕਿ ਉਹ ਪੁੱਛ ਸਕਦਾ, ਦੱਸ ਸਕਦਾ ਵਾ। ਤੇ ਇਸ ਤਰ੍ਹਾਂ ਦੇ ਹਾਲਾਤ ਜੇ ਪੈਦਾ ਹੋ ਜਾਣ, ਦੇਖੋ ਪੰਜਾਬ ਬਿਲਕੁਲ ਸਹੀ ਗੱਲ ਆ। ਜੇ ਆਪਾਂ ਥੋੜ੍ਹਾ ਜਿਹਾ ਹੋਰ ਦੂਜੇ ਪਾਸੇ ਨੂੰ ਦੇਖ ਲਈਏ ਜਾਂ ਆਪਾਂ ਪ੍ਰੈਡਿਕਸ਼ਨ ਵਾਲੇ ਪਾਸੇ ਨੂੰ ਚਲੇ ਜਾਈਏ, ਜਿੱਥੇ ਜੇਲ੍ਹ ਦੇ ਵਿੱਚ ਗੈਂਗਸਟਰਾਂ ਦੀਆਂ ਇੰਟਰਵਿਊਜ਼ ਹੁੰਦੀਆਂ ਰਹੇ, ਹੁਣ ਜਿੱਥੇ ਰੋਜ਼ ਡਰੇਨਸ ਦੇ ਨਾਲ ਤੁਹਾਡੀ ਕਿਤੇ ਕੋਈ ਹਥਿਆਰ ਆ ਰਹੇ ਆ, ਪਹਿਲਾਂ ਕਿਤੇ ਕੋਈ ਡਰੱਗਸ ਆ ਰਹੀ ਆ, ਤੇ ਇੱਕ ਬਾਰਡਰ ਸਟੇਟ ਹੋਵੇ, ਤੇ ਜਿੱਥੇ ਤੁਸੀਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇਹੋ ਜਿਹੀ ਹੋਵੇ, ਨਸ਼ਿਆਂ ਦਾ ਹਾਲ ਇਹੋ ਜਿਹਾ ਹੋਵੇ, ਤਾਂ ਗਵਰਨਰ ਕੋਲੇ ਤਾਂ ਮੀਅਰ ਲਿਖ ਕੇ ਕਹਿਣਾ ਹੀ ਆ ਪ੍ਰੈਜ਼ੀਡੈਂਟ ਨੂੰ ਵੀ ਗਵਰਨੈਂਸ ਨਾਂ ਦੀ ਚੀਜ਼ ਹੈ ਨਹੀਂ, ਮਸ਼ੀਨਰੀ ਫੇਲ ਹੋ ਚੁੱਕੀ ਹੋਈ ਆ ਪੰਜਾਬ ਦੀ ਗਵਰਨਮੈਂਟ ਦੇ ਵਿੱਚ। ਹਾਲਾਂਕਿ ਇਹ ਮੀਅਰ ਅਜੇ ਪ੍ਰੈਡਿਕਸ਼ਨਸ ਹੈਗੀਆਂ ਵਾ, ਹੋਣ ਨੂੰ ਜਿਹੋ ਜਿਹਾ ਕਿਉਂਕਿ ਵਰਤਾਰਾ ਹਿੰਦੁਸਤਾਨ ਦੇ ਵਿੱਚ ਹੋ ਰਿਹਾ, ਸੌਰੀ ਟੂ ਸੇ ਜਿੰਨੇ ਵੀ ਕੌਨਸਟੀਟਿਊਸ਼ਨਲ ਇੰਸਟੀਟਿਊਸ਼ਨਸ ਸੀਗੇ ਅੱਜ ਉਹਨਾਂ ਦਾ ਸਾਰਿਆਂ ਦਾ ਰਾਜਨੀਤਿਕਕਰਨ ਹੋ ਚੁੱਕਿਆ ਵਾ, ਇਹਦੇ ਵਿੱਚ ਕੋਈ ਦੋ ਰਹਿ ਨਹੀਂ ਗੀ। ਹਜੇ ਸਿਰਫ ਤੇ ਸਿਰਫ ਸਾਡਾ ਚੀਫ ਜਸਟਿਸ ਆਫ ਇੰਡੀਆ ਥੋੜ੍ਹੀ ਜੀ ਰੱਖਦਾ ਵਾ ਗੜਸ, ਜਿਹੜਾ ਵੀ ਕੁਝ ਕਹਿ ਦਿੰਦਾ ਵਾ, ਹੈ ਨਾ, ਤੇ ਅਦਰਵਾਈਜ਼ ਇਹ ਕੋਈ ਸਿਸਾ ਵੱਡੀ ਗੱਲ ਨਹੀਂ ਗੀ ਬਈ ਰਿਕਮੈਂਡੇਸ਼ਨ ਭੇਜ ਦੇਣੀ, ਲਿਖ ਕੇ ਭੇਜਣਾ ਵੀ ਗਵਰਨੈਂਸ ਫੇਲ ਹੋ ਚੁੱਕੀ ਆ। ਮੈਂ ਇਹਨਾਂ ਨੂੰ 10-12 ਚਿੱਠੀਆਂ ਲਿਖ ਚੁੱਕਿਆ ਵਾਂ, ਉਹਨਾਂ ਦਾ ਚਿੱਠੀਆਂ ਦਾ ਕੋਈ ਜਵਾਬ ਨਹੀਂ ਆਇਆ, ਹਾਲਾਂਕਿ ਮੇਰੀ ਮੌਕਰੀ ਬਣਾਈ ਗਈ ਆ। ਤੇ ਇਹ ਬਰਾਗੀ ਸਾਹਿਬ ਇਹ ਲਿਖ ਕੇ ਭੇਜਿਆ ਜਾ ਸਕਦਾ, ਚਲੋ ਭੇਜਿਆ ਜਾ ਸਕਦਾ, ਨਹੀਂ ਭੇਜਿਆ ਜਾ ਸਕਦਾ, ਇਹ ਤਾਂ ਆਉਣ ਵਾਲੇ ਸਮੇਂ ਦਾ ਸਵਾਲ ਹੈ। ਪਰ ਅਜਿਹੀ ਸਥਿਤੀ 'ਚ ਜਿਹੜੇ ਲੋਕਾਂ ਨੇ 117 ਮੈਂਬਰੀ ਪੰਜਾਬ ਵਿਧਾਨ ਸਭਾ ਚੁਣ ਕੇ ਭੇਜੀ ਹੈ, ਉਹਨਾਂ ਦਾ ਵੀ ਤਾਂ ਕੋਈ ਡੈਮੋਕ੍ਰੈਟਿਕ ਰਾਈਟ ਹੈ ਨਾ ਸਰਕਾਰ ਤੋਂ ਜਵਾਬ ਦੇ ਹੋਣਾ, ਨਾ ਕਿ ਗਵਰਨਰ ਜਵਾਬ ਮੰਗੇਗਾ ਜਾਂ ਸਮੁੱਚਾ ਪੰਜਾਬ ਜਵਾਬ ਮੰਗੇਗਾ। ਜੇ ਨਹੀਂ ਕਰਨਗੇ ਤਾਂ ਫਿਰ ਪੰਜਾਬ ਦੀ ਕਚਹਿਰੀ 'ਚ ਆਉਣਗੇ ਨਾ ਵਾਪਸ। ਗਵਰਨਰ ਕਿਸ ਚੀਜ਼ ਤੇ ਜਵਾਬ ਮੰਗੂਗਾ? ਗਵਰਨਰ ਜਵਾਬ ਮੰਗੂਗਾ ਜਿਹੜਾ ਕੁਝ ਤੁਸੀਂ ਜਿਵੇਂ ਉਹ ਟੀਚਰਾਂ ਦੀ ਸੀਗੀ ਸਿਲੈਕਸ਼ਨ ਸੀਗੀ, ਐਕਟ ਲਿਆ ਗਿਆ ਕੌਂਸਲ ਆਫ ਮਿਨਿਸਟਰ ਰਾਹੀਂ, ਗਵਰਨਰ ਨੇ ਉੱਥੇ ਰਾਈਡਰ ਕ੍ਰੀਏਟ ਕੀਤਾ ਵੀ ਤੁਹਾਡਾ ਕ੍ਰਾਈਟੇਰੀਆ ਕੀ ਸੀਗਾ ਜੀ। ਜੇ ਤੁਸੀਂ ਐਡਵਰਟਾਈਜ਼ਮੈਂਟ ਕਰਦੇ ਹੋ ਪਬਲਿਕਲੀ ਵੀ ਅਸੀਂ ਡਰੱਗ ਫ੍ਰੀ ਸਟੇਟ ਕਰਤੀ, ਅਸੀਂ ਕਰਪਸ਼ਨ ਫ੍ਰੀ ਕਰਤੀ,
ਗਵਰਨਰ ਜਵਾਬ ਮੰਗੂਗਾ ਫਰੋਮ ਦਾ ਐਕਟ ਆਫ ਕਾਉਂਸਲ ਆਫ ਮਿਨਿਸਟਰ। ਕਾਉਂਸਲ ਆਫ ਮਿਨਿਸਟਰ ਜਿਹੜਾ ਪਬਲਿਕ ਡੋਮੇਨ ਦੇ ਵਿੱਚ ਐਕਟ ਰੱਖ ਰਹੀ ਆ ਵੀ ਅਸੀਂ ਆਹ ਕਰਤਾ, ਅਸੀਂ ਆਹ ਕਰਨ ਜਾ ਰਹੇ ਹਾਂ, ਗਵਰਨਰ ਉਸ ਤੇ ਆਪਦੀ ਜਵਾਬ ਮੰਗੂਗਾ। ਤੇ ਜਿੱਥੇ ਜਿਹੋ ਜਿਹੇ ਪੰਜਾਬ ਦੇ ਹਾਲਾਤ ਹੈਗੇ ਆ, ਬਿਲਕੁਲ ਜਿਵੇਂ ਸਿੱਖ ਰਿਲੀਜਨ ਦੇ ਅਫੇਅਰਸ ਦੀ ਗੱਲ ਹੋਈ ਆ, ਹੁਣ ਆਨੰਦ ਮੈਰਿਜ ਐਕਟ ਦੀ ਵੀ ਅੱਜ ਮੈਨੂੰ ਲੱਗਦਾ ਪਬਲਿਕ ਡੋਮੇਨ ਵਿੱਚ ਗੱਲ ਹੋ ਰਹੀ ਆ, ਤੇ ਗਵਰਨਰ ਉਹਨੂੰ ਪੈਂਡਿੰਗ ਰੱਖ ਸਕਦਾ ਵਾ, ਰਾਸ਼ਟਰਪਤੀ ਕੋਲੇ ਭੇਜ ਸਕਦਾ ਵਾ, ਰਾਸ਼ਟਰਪਤੀ ਅੱਗੇ ਕਾਉਂਸਲ ਆਫ ਜਿਹੜਾ ਯੂਨੀਅਨ ਆਫ ਮਿਨਿਸਟਰੀ ਹੈਗੀ ਆ ਉਹ ਤੋਂ ਪਰਮਿਸ਼ਨ ਲੈਂਦਾ ਵਾ ਜਾਂ ਚੱਲਦਾ ਵਾ। ਐਟ ਦੀ ਐਟ ਪੰਜਾਬ ਦਾ ਨੁਕਸਾਨ ਨਜ਼ਰ ਆ ਰਿਹਾ ਵਾ। ਹਾਲਾਂਕਿ ਪੰਜਾਬ ਵਰਗੀ ਸਟੇਟ ਨੂੰ ਤਾਂ ਇਹੀ ਹੈ ਵੀ ਜਿਵੇਂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਵਾ ਵੀ ਬਣਾ ਕੇ ਰੱਖਣ ਦੀ ਲੋੜ ਹੈ। ਤੁਹਾਡੀ ਗੱਲ ਆ ਗਈ ਰਾਣਾ ਚਾਲ। ਜਦੋਂ ਆਪਾਂ ਗਵਰਨਰ ਦੇ ਮੁੱਦੇ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਆਪ ਜਿਹੜੀ ਜਾਂ ਉਹਦੀ ਸਰਕਾਰ ਜਾਂ ਉਹਦੇ ਆਗੂਆਂ ਵੱਲੋਂ ਲਗਾਤਾਰ ਕਾਂਗਰਸ ਦੇ ਬਾਰੇ 'ਚ ਇਹ ਵੀ ਕਿਹਾ ਜਾਂਦਾ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ, ਕਿਉਂਕਿ ਕਹਿੰਦੇ ਜ਼ੀਰੋ ਟੋਲਰੈਂਸ ਹੈ ਭ੍ਰਿਸ਼ਟਾਚਾਰ ਦੇ ਮੁੱਦਿਆਂ ਦੇ, ਕਈ ਕਾਂਗਰਸ ਦੇ ਮੰਤਰੀ ਵਿਧਾਇਕ ਆਗੂ ਉਹਨਾਂ ਦੇ ਕਹਿੰਦੇ ਕੇਸ ਹੈ, ਇਸ ਕਰਕੇ ਵੀ ਰੌਲਾ ਪਾਇਆ ਜਾਂਦਾ ਕਾਂਗਰਸ ਵੱਲੋਂ, ਕਿਉਂਕਿ ਅਸੀਂ ਕਹਿੰਦੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਚਾਹੁੰਦੇ ਹਾਂ ਤੇ ਇਸ ਮੁੱਦੇ ਤੇ ਬਹੁਤ ਵੱਡੀ ਤਕਲੀਫ ਹੁੰਦੀ ਹੈ ਤੇ ਫਿਰ ਕਾਂਗਰਸ ਬੋਲਦੀ ਹੈ ਇਹਨਾਂ ਮਾਮਲਿਆਂ ਨੂੰ ਲੈ ਕੇ। ਜਿੱਥੋਂ ਤੱਕ ਇਹਨਾਂ ਨੇ ਕਾਂਗਰਸ ਦੀ ਗੱਲ ਕੀਤੀ ਆ, ਕਾਂਗਰਸ ਦੇ ਵਿੱਚ ਚਲੋ ਜਦੋਂ ਜਾਂਦੇ ਵਿਜੀਲੈਂਸ ਦੀ ਪੁੱਛਗਿੱਛ ਦੇ ਵਿੱਚ ਉਹ ਬੰਦੇ ਟ੍ਰਾਇਲ ਦੇ ਵਿੱਚ ਹੁੰਦੇ ਆ, ਅਸੀਂ ਨਹੀਂ ਚਾਹੁੰਦੇ ਵੀ ਕਿਸੇ ਤੋਂ ਪੁੱਛਗਿੱਛ ਨਾ ਹੋਵੇ, ਪਰ ਬਿਲਕੁਲ ਅਸੀਂ ਇਹ ਗੱਲ ਕਰਾਂਗੇ ਜੇ ਕਿਸੇ ਦੇ ਨਾਲ ਵੈਂਡੇਟਾ ਪੋਲਿਟਿਕਸ ਕਰੀ ਜਾਊਗੀ। ਭਗਵੰਤ ਮਾਨ ਸਾਹਿਬ ਹੋ ਰਹੀ ਆ, ਜਿਹੜਾ ਸਿੰਗਲਾ ਸੀ ਮਾਨਸਾ ਵਾਲਾ, ਉਹਦੇ ਤਾਂ ਖੁਦ ਕਹਿੰਦੇ ਸੀ ਮੇਰੇ ਕੋਲੇ ਪ੍ਰੂਫ ਪਏ ਆ, ਮੇਰੇ ਕੋਲੇ ਰਿਕਾਰਡਿੰਗਸ ਹੈਗੀਆਂ। ਜਿਹੜਾ ਅਮਿਤ ਰਤਨ ਸੀ ਉਹਦਾ ਵੀ ਇਹਨਾਂ ਕੋਲੇ ਆ ਗਿਆ ਪਬਲਿਕ ਡੋਮੇਨ ਦੇ ਵਿੱਚ, ਸਰਾਰੀ ਦਾ ਸਾਰਾ ਕੇਸ ਆ ਗਿਆ, ਉਦੋਂ ਬਾਅਦ ਵਿੱਚ ਕਟਾਰੂ ਚੱਕ ਦਾ ਆ ਗਿਆ। ਇਹਨਾਂ ਨੇ ਤੁਸੀਂ ਮੈਨੂੰ ਗੱਲ ਦੱਸੋ, ਚਲੋ ਅਸੀਂ ਤਾਂ ਵਿਰੋਧੀ ਆ, ਇਸ ਤਰ੍ਹਾਂ ਰੌਲਾ ਪਾਉਣਾ ਸੀ ਵੀ ਭਾਈ ਤੁਸੀਂ ਵੈਂਡੇਟਾ ਪੋਲਿਟਿਕਸ ਕਰਦੇ ਹੋ, ਜਿਹੜੇ ਪ੍ਰੂਫ ਤੁਸੀਂ ਕਹਿ ਰਹੇ ਸੀ ਸਾਡੇ ਕੋਲੇ ਹੈ ਤੇ ਤੁਹਾਡੇ ਆਪਦੇ ਬੰਦੇ ਭ੍ਰਿਸ਼ਟਾਚਾਰ ਕਰ ਰਹੇ ਆ, ਕੀ ਤੁਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਤਾ? ਉਹਨਾਂ ਬੰਦਿਆਂ ਦੇ ਐਕਸ਼ਨ ਕਿਉਂ? ਉਹ ਬੰਦੇ ਅੱਜ ਵੀ ਐਮਐਲਏ ਦੀਆਂ ਜਿਹੜੀਆਂ ਚੀਫ ਮਿਨਿਸਟਰ ਦੀਆਂ ਮੀਟਿੰਗਾਂ ਹੁੰਦੀਆਂ ਉੱਥੇ ਬਹਿੰਦੇ ਆ। ਭਗਵੰਤ ਮਾਨ ਜੇ ਮਾਨਸਾ ਜਾਂਦੇ ਉਹੀ ਵਿਜੇ ਸਿੰਗਲਾ ਨਾਲ ਆ ਕੇ ਬਹਿੰਦਾ। ਤੇ ਮੁੱਖ ਮੰਤਰੀ ਇਹ ਵੀ ਕਹਿੰਦਾ ਹੈ ਰਾਣਾ ਜੀ, ਮੁੱਖ ਮੰਤਰੀ ਜਿਸ ਮੁੱਖ ਮੰਤਰੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਕਹਿੰਦਾ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਤਾਂ ਵਿਰੋਧੀ ਧਿਰ ਸਵਾਲ ਉਠਾਵਾਂਗੇ, ਮੁੱਖ ਮੰਤਰੀ ਕਹਿੰਦਾ ਕਿ ਮੈਂ ਤਾਂ ਅਰਦਾਸ ਕਰਦਾ ਕਿ ਤੁਸੀਂ ਵਿਰੋਧੀ ਧਿਰ 'ਚ ਹੀ ਰਹੋ। ਕਾਂਗਰਸ ਕਹਿੰਦਾ ਵਿਰੋਧੀ ਧਿਰ 'ਚ ਹੀ ਰਹੇ, ਯਾਨੀ ਸੱਤਾ ਤਾਂ ਫਿਰ ਆਪ ਹੀ ਰਹੇਗੀ। ਦੇਖੋ ਸਿੱਧੂ ਸਾਹਿਬ, ਇਹ ਤਾਂ ਗੁਰੂ ਮਹਾਰਾਜ ਨੇ ਜਿਹਨੂੰ ਤਾਜ ਬਖਸ਼ਣਾ ਉਹਨੂੰ ਹੀ ਬਖਸ਼ਣਾ। ਇਹ ਭਗਵੰਤ ਮਾਨ ਦੇ ਵਿੱਚ ਇੰਨਾ ਹੰਕਾਰ ਆਇਆ ਪਿਆ ਜਦੋਂ ਦਾ ਚੀਫ ਮਿਨਿਸਟਰ ਬਣਿਆ। ਇੱਕ ਉਹ ਸਿਆਣਿਆਂ ਦੀ ਕਹਾਵਤ ਹੈਗੀ ਹੈ ਵੀ ਧਿਆਏ ਨੂੰ ਧਿਆਇਆ ਕੌਲਾ ਪਾਣੀ ਵਾਲਾ ਤੇ ਉਹ ਤੋਂ ਪੀ ਪੀ ਕੇ ਆਫਰਿਆ। ਮੈਂ ਇਹ ਜਮਾ ਡਾਊਨ ਟੂ ਮੈਂ ਕਹਿੰਦਾ ਗ੍ਰਾਫ ਬੰਦੇ ਸੀ, ਉਹ ਬਣ ਕੇ ਲੋਕਾਂ ਨੇ ਸਿਰਾਂ ਤੇ ਭਾਲੇ ਆਪਦੇ। ਹੁਣ ਲੋਕ ਵੀ ਭੁਗਤ ਰਿਹਾ ਤੇ ਪਛਤਾ ਰਿਹਾ। ਆਉਣ ਵਾਲੇ ਸਮੇਂ ਦੇ 2024 ਦੇ ਇਲੈਕਸ਼ਨ ਦੂਰ ਤਾਂ ਨਹੀਂ, ਪਤਾ ਲੱਗ ਜੂਗਾ ਕਿਹਨੂੰ ਵਿਰੋਧੀ ਧਿਰ ਦੇ ਵਿੱਚ ਕਰਦੇ ਆ, ਕਿਹਦੇ ਪੱਖ ਦੇ ਵਿੱਚ ਵੋਟ ਪਾਉਂਦੇ ਆ। ਬਿਲਕੁਲ ਸਹੀ ਗੱਲ ਹੈ ਰਾਣਾ ਜੀ, ਉਸ ਸਮੇਂ ਦਾ ਵੀ ਆਪਾਂ ਨੂੰ ਇੰਤਜ਼ਾਰ ਰਹੇਗਾ। ਕਪੂਰ ਸਾਹਿਬ, ਇੱਕ ਸਵਾਲ ਜਦੋਂ ਕੇਂਦਰ ਦੇ ਬਾਰੇ 'ਚ ਗੱਲ ਉੱਠਦੀ ਹੈ ਕਿ ਠੀਕ ਹੈ ਕਿ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਦੀ ਗੱਲ ਕਰਦੀ ਹੈ ਵਿਰੋਧੀ ਧਿਰ, ਬਹੁਤ ਸਾਰੇ ਸਵਾਲ ਉਠਾਏ ਜਾਂਦੇ ਹੈ। ਹੁਣ ਪੰਜਾਬ ਜਿਵੇਂ ਵੱਡਾ ਫਲੱਡ ਆਇਆ, ਇੱਕ ਸਪੈਸ਼ਲ ਪੈਕੇਜ ਦੀ ਗੱਲ ਹੈ, ਰਾਹਤ ਦੀ ਗੱਲ ਹੈ, RDF ਦੀ ਗੱਲ ਕਰਦੇ ਹਾਂ, ਕੀ ਕੇਂਦਰ ਸਿੱਧੇ ਤੌਰ ਤੇ ਪੰਜਾਬ ਦੀ ਮਦਦ ਨਹੀਂ ਕਰ ਸਕਦਾ ਜੇ ਸਰਕਾਰ ਇਸ ਤਰੀਕੇ ਨਾਲ ਬਿਹੇਵ ਕਰ ਰਹੀ ਹੈ ਜਿਹੜੀ ਸੂਬਾ ਸਰਕਾਰ ਹੈ? ਕਪੂਰ ਜੀ, ਕੇਂਦਰ ਸਰਕਾਰ ਹਮੇਸ਼ਾ ਪ੍ਰਦੇਸ਼ ਦੀ ਮਦਦ ਨੂੰ ਤਿਆਰ ਰਹਿੰਦੀ ਹੈ, ਪਰ ਉਹਦੇ ਇੱਕ ਪ੍ਰੋਸੀਜਰ ਹੁੰਦੀ ਹੈ, ਇੱਕ ਸਿਸਟਮ ਹੁੰਦੇ ਹੈਗੇ। ਹੁਣ ਜਿੱਥੋਂ ਤੱਕ ਤੁਸੀਂ ਹੜ੍ਹਾਂ ਤੇ ਪੰਜਾਬ ਦੀ ਗੱਲ ਕਰਦੇ ਪਏ ਹੈਗੇ ਹੋ, ਤੇ ਕੇਂਦਰ ਨੇ 281 ਕਰੋੜ ਰੁਪਇਆ ਟੋਟਲ ਸੈਂਕਸ਼ਨ ਕੀਤਾ ਹੈਗਾ ਪੰਜਾਬ ਨੂੰ। ਸਾਰੇ ਹਿੰਦੁਸਤਾਨ ਦੀ ਵੱਖਰੀਆਂ ਸਟੇਟਾਂ ਲਈ ਉਹਨਾਂ ਨੇ 7528 ਕਰੋੜ ਰੁਪਇਆ ਟੋਟਲ ਸੈਂਕਸ਼ਨ ਕੀਤਾ ਸੀ। ਪਰ ਉਹ ਕਹਿੰਦੇ ਨੁਕਸਾਨ ਬਹੁਤ ਵੱਡਾ ਹੋ ਗਿਆ, ਨੁਕਸਾਨ ਕਈ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋ ਗਿਆ। ਉਹ ਜਿਹੜਾ ਸੈਂਟਰ ਵੱਲੋਂ ਮਦਦ ਆਈ ਉਹ ਕਹਿੰਦੇ ਸੀਮਿਤ ਮਦਦ ਹੈ, ਇਹ ਕਿਹਾ ਜਾ ਰਿਹਾ। ਦੇਖੋ, ਜੇ ਉਹਨਾਂ ਨੂੰ ਇਹ ਸੀਮਿਤ ਮਦਦ ਲੱਗਦੀ ਹੈ ਤੇ ਸਟੇਟ ਨੇ ਕੀ ਕੰਟਰੀਬਿਊਟ ਕੀਤਾ? 33 ਕਰੋੜ ਰੁਪਇਆ। ਉਹਨਾਂ ਨੂੰ 281 ਕਰੋੜ ਰੁਪਇਆ ਤੇ ਬਹੁਤ ਸੀਮਿਤ ਲੱਗਦਾ ਹੈ ਭਗਵੰਤ ਮਾਨ ਜੀ ਨੂੰ, ਤੇ ਉਹਨਾਂ ਨੂੰ ਪ੍ਰਦੇਸ਼ ਵੱਲੋਂ ਇੱਕ ਮੇਜਰ ਰਕਮ ਸਟੇਟ ਦੇ ਲੋਕਾਂ ਲਈ ਦੇਣਾ। ਸੂਬੇ ਦੇ ਮੁੱਖ ਮੰਤਰੀ ਹੈਗੀ ਹੈ, ਉਹਨਾਂ ਨੇ ਆਮ ਆਦਮੀ ਪਾਰਟੀ ਦੀ ਐਡਵਰਟਾਈਜ਼ਮੈਂਟ ਲਈ ਪਿਛਲੇ 16 ਮਹੀਨਿਆਂ ਦੇ ਵਿੱਚ 1000 ਕਰੋੜ ਰੁਪਇਆ ਖਰਚ ਕਰ ਦਿੱਤਾ ਹੈਗਾ ਵੇ, ਔਰ ਪੰਜਾਬ ਦੇ ਲੋਕਾਂ ਦੀ ਮਦਦ ਲਈ 33 ਕਰੋੜ ਰੁਪਇਆ ਦਿੰਦੇ ਪਏ ਹੈ। ਪਹਿਲੇ ਵੀ ਉਹਨਾਂ ਦੀ ਸੀਰੀਅਸਨੈਸ ਨਹੀਂ ਪਈ ਹੈਗੀ। ਇੱਥੇ ਸਵਾਲ ਤੇ ਪੰਜਾਬ ਦੇ ਲੋਕੀ ਉਹਨਾਂ ਨੂੰ ਪੁੱਛਦੇ ਹੈਗੇ ਹੈ, ਤੁਸੀਂ ਬੰਬੇ 에ਅਰਪੋਰਟ ਤੇ ਐਡਾ ਚਲਾਣ ਰਹੇ ਹੋ, ਆਪਣਾ ਤਮਿਲਨਾਡੂ ਚ ਚਲਾਉਂਦੇ ਪਏ ਹੋ, ਮੱਧ ਪ੍ਰਦੇਸ਼ ਚਲਾਉਂਦੇ ਪਏ ਹੋ, ਉਹਦਾ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ ਹੋਗਾ? ਜਦੋਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਹੜ੍ਹਾਂ ਨਾਲ ਜੂਝਦੇ ਪਏ ਗਏ ਸੀ, ਉਹਦੀ ਵਾਰੀ ਆਈ ਹੈ ਤੇ 33 ਕਰੋੜ ਰੁਪਇਆ ਦਿੱਤਾ।
ਜੀ ਜੀ ਸਵਾਲ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਹੈਗਾ ਵਾ, ਕਿਉਂ ਕੀ ਕਰਦਾ ਪਿਆ ਪੰਜਾਬ ਵਾਸਤੇ। ਮਿਹਰਬਾਨੀ, ਤੁਹਾਡਾ ਵਿਊ ਵੰਡਾ ਗਿਆ। ਆਪਣੇ ਕੋਲ ਸਮਾਂ ਸੀਮਿਤ ਹੈ। ਬੀਬਾ ਸੋਲ ਤੋਂ ਵੀ, ਬੀਬਾ ਸੋਲ ਅਕਾਲੀ ਦਲ ਦੀ ਭੂਮਿਕਾ ਦੀ ਜਦੋਂ ਗੱਲ ਕਰਦੇ ਹਾਂ ਤਾਂ ਸਿੱਧੇ ਤੌਰ ਤੇ ਜਿਹੜੇ ਭਾਜਪਾ ਦੇ ਪ੍ਰਧਾਨ ਆ ਸਿੰਘ ਜਾਖੜ, ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਲਈਏ, ਪੰਜਾਬ ਦੀ ਮਦਦ ਦੀ ਗੱਲ ਕਰ ਲਈਏ। ਕਹਿੰਦੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਵੱਲੋਂ ਜੋ ਮਾਮਲੇ ਰੱਖੇ ਗਏ ਆ ਉਹਨਾਂ ਮੁਤਾਬਕ ਜਿਹੜਾ ਹੈਗਾ ਕਮੇਟੀ ਬਣ ਰਹੀ ਹੈ ਔਰ ਪੰਜਾਬ ਦੀ ਮਦਦ ਵੀ ਕੀਤੀ ਜਾਏਗੀ। ਕੀ ਲੱਗਦਾ ਫਿਰ ਪੰਜਾਬ ਦੀ ਜੋ ਵਿਵਸਥਾ ਦੀ ਗੱਲ ਹੁੰਦੀ ਹੈ ਅਕਾਲੀ ਦਲ ਦੀ, ਉਹ ਸੁਣਵਾਈ ਨਹੀਂ ਹੈ ਜੋ ਸੁਣਵਾਈ ਪਹਿਲਾਂ ਹੁੰਦੀ ਰਹੀ ਹੈ? ਸਿੱਧੂ ਜੀ, ਜਦ ਵੀ ਪੰਜਾਬ ਤੇ ਵਿਪਤਾ ਆਈ ਹੈ, ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਫਰੰਟ ਤੇ ਖੜਾ ਰਿਹਾ। ਤੁਸੀਂ ਅੱਜ ਦੇ ਹਾਲਾਤਾਂ ਦੀ ਆਪਾਂ ਗੱਲ ਕਰ ਲਈਏ, ਅੱਜ ਪੰਜਾਬ ਦੇ ਉੱਤੇ ਜਿਹੜਾ ਹੈ ਫਲੱਡ ਆਇਆ ਹੈ, ਦੇਖੋ ਤੁਸੀਂ ਇੰਨੇ ਅਫੈਕਟਡ ਲੋਕ ਨੇ। ਸੁਖਬੀਰ ਜੀ ਜਗ੍ਹਾ ਜਗ੍ਹਾ ਜਾ ਕੇ ਹੜ੍ਹ ਪੀੜਤਾਂ ਨੂੰ ਮਿਲੇ ਨੇ, ਜਿੱਥੇ ਜੀਸੀਬੀ ਦੀ ਲੋੜ ਸੀ, ਜਿੱਥੇ ਪਸ਼ੂਆਂ ਲਈ ਚਾਰਾ ਚਾਹੀਦਾ ਸੀ ਉੱਥੇ ਵੀ ਪਹੁੰਚਾਇਆ ਗਿਆ। ਫਿਰ ਐਸਜੀਪੀਸੀ ਅੱਗੇ ਆਇਆ। ਤੁਸੀਂ ਹਰ ਮੁੱਦੇ 'ਚ ਹਮੇਸ਼ਾ ਤੁਸੀਂ ਦੇਖੋਗੇ ਕਿ ਜਦ ਵੀ ਪਾਰਲੀਮੈਂਟ 'ਚ ਕਦੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲ ਹੋਈ, ਹੋਰ ਵੀ ਸਾਡੇ ਐਮਪੀ ਨੇ, ਕਦੀ ਕਿਸੇ ਨੇ ਜਾ ਕੇ ਪੰਜਾਬ ਬਾਰੇ ਗੱਲ ਨਹੀਂ ਕੀਤੀ। ਬੀਬਾ ਹਰਸਿਮਰਤ ਕੌਰ ਨੇ ਹਮੇਸ਼ਾ ਫਰੰਟ ਤੇ ਖੜ ਕੇ ਪੰਜਾਬ ਦੇ ਮੁੱਦਿਆਂ ਨੂੰ ਚੱਕਿਆ, ਪੰਜਾਬ ਦੇ ਬਾਰੇ ਗੱਲ ਕੀਤੀ। ਤੇ ਫਿਰ ਉਸ ਤੋਂ ਬਾਅਦ ਅਗਰ ਅਕਾਲੀ ਦਲ ਦੀ ਸੁਣਵਾਈ ਨਾ ਹੋਣੀ, ਮੈਨੂੰ ਨਹੀਂ ਲੱਗਦਾ ਕਿ ਐਸੀ ਕੋਈ ਗੱਲ ਹੈ। ਔਰ ਅਕਾਲੀ ਦਲ ਆਪਣੇ ਸਟੈਂਡ ਤੇ ਹੈ, ਪੰਜਾਬ ਦੀ ਸੇਵਾ ਲਈ ਬਣਿਆ ਹੈ ਅਕਾਲੀ ਦਲ, ਪੰਥਕ ਪਾਰਟੀ ਹੈ ਔਰ ਹਮੇਸ਼ਾ ਪੰਜਾਬ ਦੀ ਸੇਵਾ ਦੇ ਵਿੱਚ ਹਾਜ਼ਰ ਰਹੇਗਾ। ਥੈਂਕ ਯੂ ਵੈਰੀ ਮਚ ਡਾਕਟਰ ਵਿਰਾਗੀ। ਲਾਸਟ ਕਮੈਂਟ ਇਸ ਬਹਿਸ ਦੇ ਉੱਤੇ, ਜਦੋਂ ਆਪਾਂ ਕੇਂਦਰ ਦੀ ਮਦਦ ਦੀ ਗੱਲ ਕਰਦੇ ਹਾਂ, ਜਿੱਦਾਂ ਬੀਬਾ ਸੋਲ ਨੇ ਕਿਹਾ ਕਿ ਪਾਰਟੀਆਂ ਆਪਣੇ ਆਪਣੇ ਤੌਰ ਤੇ ਵੀ ਆਪਣੇ ਪੈਰਾਂ ਦੇ ਬਲਬੂਤੇ ਨਾਲ ਮਦਦ ਕਰ ਰਹੀਆਂ ਲੋਕਾਂ ਦੀ ਜਿਹੜੇ ਵਿਪਤਾ 'ਚ ਫਸੇ ਹੋਏ ਹੈ। ਕੇਵਲ ਗੱਲ ਕੇਂਦਰ ਦੀ ਮਦਦ ਦੀ ਨਹੀਂ ਹੈ, ਨਾ ਪੰਜਾਬ ਦੀ। ਨਹੀਂ, ਦੇਖੋ ਇਹਦੇ ਵਿੱਚ ਕੋਈ ਦੋ ਰਹਿ ਨਹੀਂਗਾ। ਫਰੋਮ ਦਾ ਡੇ 1 ਪੰਜਾਬ ਦੇ ਨਾਲ ਮਤੇਈ ਮਾਲਾ ਸਲੂਕ ਹੁੰਦਾ ਹੈ ਕੇਂਦਰ ਦੇ ਵਿੱਚ। ਹੜ੍ਹਾਂ ਨਾਲ ਪ੍ਰਭਾਵਿਤ ਅਸੀਂ ਵੀ ਹਾਂ, ਹੜ੍ਹਾਂ ਦਾ ਪ੍ਰਭਾਵਿਤ ਹਿਮਾਚਲ ਪ੍ਰਦੇਸ਼ ਵੀ ਆ। ਹਿਮਾਚਲ ਪ੍ਰਦੇਸ਼ ਨੂੰ ਮੈਨੂੰ ਲੱਗਦਾ ਪੈਕੇਜ ਵੀ ਦਿੱਤਾ ਗਿਆ ਵਾ, ਤੈਨੂੰ ਹੜ੍ਹ ਅਫੈਕਟਡ ਸਟੇਟ ਵੀ ਡਿਕਲੇਅਰ ਕੀਤਾ ਗਿਆ ਵਾ। ਸਾਡਾ ਵੀ ਏਰੀਆ ਕਾਫੀ ਹੜ੍ਹਾਂ ਦੇ ਨਾਲ ਪ੍ਰਭਾਵਿਤ ਆ, ਸਾਨੂੰ ਉਹੋ ਜਿਹੀ ਹਜੇ ਤੱਕ ਕੋਈ ਰਿਲੀਫ ਕਿਸੇ ਵੀ ਪਾਸਿਓਂ ਨਹੀਂ ਹੋਈ। ਬਾਕੀ ਸੰਸਥਾਵਾਂ NGOs ਆਪਦੇ ਲੈਵਲ ਤੇ ਇੰਡੀਵਿਜੂਅਲਸ ਕੰਮ ਕਰਦੇ ਰਹਿਣ, ਪਰ ਉਹਦੇ ਨਾਲ ਜਿਹੜਾ ਗਵਰਨਮੈਂਟਸ ਨੇ ਦੇਣਾ ਹੁੰਦਾ, ਗਵਰਨਮੈਂਟ ਦੇ ਵੀ ਉੱਥੇ ਜਿਵੇਂ ਕਹਿੰਦੇ ਹੁੰਦੇ ਆਪਦੀਆਂ ਕੋਈ ਮਿੱਲਾਂ ਨਹੀਂ ਲਾਈਆਂ ਵੀਆਂ ਸੈਂਟਰ ਦੀਆਂ, ਉਹ ਸਾਡਾ ਵੀ GST ਜਾਂਦਾ ਵਾ, ਸਾਡਾ ਵੀ ਰੂਰਲ ਡਿਵੈਲਪਮੈਂਟ ਫੰਡ ਇਕੱਠਾ ਹੋਇਆ ਵਾ, ਉਹ ਪੰਜਾਬ ਨੂੰ ਮਿਲਣਾ ਚਾਹੀਦਾ, ਨਹੀਂ ਮਿਲਿਆ। ਆਪਾਂ ਜਵਾਬ ਲਈਏ, ਸਮਾਂ ਬੜਾ ਸੀਮਿਤ ਹੈ। ਕਪੂਰ ਜੀ ਦਿਓਗੇ ਇਸ ਮੁੱਦੇ ਤੇ ਜਵਾਬ? ਇਹ ਕਿਹਾ ਜਾ ਰਿਹਾ ਕਿ ਕੇਂਦਰ ਕਿਉਂ ਵਿਤਕਰਾ ਕਰਦਾ ਇਹੋ ਜਿਹੇ ਮੌਕਿਆਂ ਤੇ? ਕੇਂਦਰ ਕੋਈ ਵਿਤਕਰਾ ਨਹੀਂ ਕਰਦਾ ਪਿਆ ਹੈਗਾ ਪੰਜਾਬ ਦੇ ਨਾਲ। ਪੰਜਾਬ ਦਾ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦੇ ਦਿੰਦਾ ਵਾਂ ਕਿ 2014 ਤੱਕ ਨਾ ਪੰਜਾਬ 'ਚ ਨੈਸ਼ਨਲ ਹਾਈਵੇ ਸਿਰਫ 700 ਕਿਲੋਮੀਟਰ ਬਣਿਆ ਸੀ ਦੇਸ਼ ਦੀ ਆਜ਼ਾਦੀ ਤੋਂ ਲੈ ਕੇ। ਇਹ ਸਿਰਫ 8-9 ਸਾਲਾਂ ਦੇ ਵਿੱਚ ਅੱਜ 2500-2600 ਕਿਲੋਮੀਟਰ ਨੈਸ਼ਨਲ ਹਾਈਵੇ ਹੋ ਗਿਆ ਹੈਗਾ ਵੇ। ਜੇ ਪੰਜਾਬ ਦਾ ਵਿਤਕਰਾ ਕੀਤਾ ਹੁੰਦਾ ਤੇ ਐਡਾ ਵੱਡਾ ਨੈਸ਼ਨਲ ਹਾਈਵੇ ਨਾ ਬਣਦਾ ਹੁੰਦਾ। ਓਕੇ, ਥੈਂਕ ਯੂ ਵੈਰੀ ਅਨੰਦਪੁਰ ਮਚ। ਸਾਹਿਬ ਦੀ ਡਿਵੈਲਪਮੈਂਟ ਲਈ, ਫਤਿਹਗੜ੍ਹ ਸਾਹਿਬ ਦੀ ਡਿਵੈਲਪਮੈਂਟ ਲਈ, ਅੰਮ੍ਰਿਤਸਰ ਜਲਿਆਂਵਾਲਾ ਹੈਰੀਟੇਜ ਡਿਵੈਲਪਮੈਂਟ ਲਈ ਸਮਾਂ ਨਹੀਂ ਲੰਬੀਆਂ ਗੱਲਾਂ ਰੁਪਇਆ ਸੈਂਟਰ ਵੱਲੋਂ ਦਿੱਤਾ ਗਿਆ। ਸੋ ਜਿੱਥੋਂ ਤੱਕ ਰੂਰਲ ਡਿਵੈਲਪਮੈਂਟ ਫੰਡ ਦੀ ਤੁਸੀਂ ਗੱਲ ਕਰਦੇ ਪਏ ਹੋ ਨਾ, ਮੈਂ ਸਿਰਫ ਤੁਹਾਡੀ ਜਾਣਕਾਰੀ ਚ ਲਿਆਉਣਾ ਚਾਹੁੰਦਾ ਹਾਂ ਕਿ ਜਿਹੜਾ ਕਾਂਗਰਸ ਦੀ ਸਰਕਾਰ ਸੀ ਪਿਛਲੇ ਟਾਈਮ ਤੇ, ਉਹਨਾਂ ਨੇ ਜਿਹੜਾ ਪੈਸਾ ਸੀ RDF ਦਾ, ਇਹਨੂੰ ਬੈਂਕਾਂ ਦੇ ਲੋਨ ਵੇਵਰ ਲਈ ਇਸਤੇਮਾਲ ਕਰ ਦਿੱਤਾ ਸੀ। ਜਿਹੜਾ ਵੀ RDF ਦਾ ਪੈਸਾ ਕਿਸੇ ਔਰ ਪਰਪਸ ਲਈ ਇਸਤੇਮਾਲ ਨਹੀਂ ਸੀ ਕੀਤਾ ਜਾ ਰਿਹਾ। ਇਹਦੀ ਇੱਕ ਸੈਂਟਰ ਦੇ ਵਿੱਚ ਆਬਜੈਕਸ਼ਨ ਲੱਗੀ ਸੀ ਔਰ ਸੈਂਟਰਲ ਗਵਰਨਮੈਂਟ ਨੇ ਸਟੇਟ ਗਵਰਨਮੈਂਟ ਨੂੰ ਕਿਹਾ ਸੀ ਚਲੋ ਪਿੱਛੇ ਜੋ ਹੋਇਆ ਸੋ ਹੋਇਆ, ਪਰ ਭਵਿੱਖ ਦੇ ਵਿੱਚ ਇਹੋ ਜਿਹੀ ਗਲਤੀ ਨਾ ਹੋਵੇ ਤੇ ਤੁਸੀਂ RDF ਐਕਟ ਦੇ ਵਿੱਚ ਅਮੈਂਡਮੈਂਟ ਕਰ ਦਿਓ। ਇਹਨਾਂ ਨੇ ਅਮੈਂਡਮੈਂਟ ਕਰਦੇ ਬਹੁਤ ਟਾਈਮ ਲਗਾ ਦਿੱਤਾ। ਉਹਦੇ ਬਾਅਦ RDF ਦਾ ਰੇਟ ਘਟਾਉਣ ਦੀ ਗੱਲ ਹੋਈ ਕਿਉਂਕਿ ਰੇਟ ਬਹੁਤ ਜ਼ਿਆਦਾ ਹੈਗਾ ਸੀ। ਉਹ ਇੱਕ ਸੁਵਿਧਾਵਾਂ ਦੇਣਾ ਚਾਹੁੰਦੇ ਸੀ ਲੋਕਾਂ ਨੂੰ ਕਿ ਇਹਦਾ ਰੇਟ ਘਟਾਇਆ ਜਾਵੇ। ਜਿਹੜਾ ਅੱਜ ਵੀ ਪੇਚਾ ਪੰਜਾਬ ਦੀ ਗਵਰਨਮੈਂਟ ਦੇ ਨਾਲ ਫਸਿਆ ਹੋਇਆ ਹੈ, ਅੱਜ ਤੱਕ ਪੰਜਾਬ ਦੀ ਗਵਰਨਮੈਂਟ ਨੂੰ ਰੇਟ ਘਟਾਉਣ ਦੇ ਮੁੱਦੇ ਤੇ ਸੈਂਟਰ ਗਵਰਨਮੈਂਟ ਨਾਲ ਸਹਿਮਤੀ ਨਹੀਂ ਬਣਾ ਪਾਈ। ਇਹ ਮੁੱਦਿਆਂ ਦੇ ਕਾਰਨ ਚੀਜ਼ਾਂ ਰੁਕਦੀਆਂ ਹੋਈਆਂ। ਬਿਊਰੋਕ੍ਰੈਟਿਕ ਲੈਵਲ ਤੇ ਇਹ ਚੀਜ਼ਾਂ ਨੂੰ ਸੋਲਵ ਕਰ ਲੈਣ, ਮੁੱਦੇ ਨਾ ਪੈਦਾ ਹੋਣ। ਥੈਂਕ ਯੂ। ਲਾਸਟ ਕਮੈਂਟ ਜਿਹੜਾ ਹੈਗਾ ਰਾਣਾ ਚਾਲ, ਇਸ ਮਾਮਲੇ ਤੇ ਕੇਂਦਰ ਦੀ ਮਦਦ ਦੀ ਗੱਲ ਕਰਦੇ ਹਾਂ। ਕਪੂਰ ਸਾਹਿਬ ਦਾ ਕਹਿਣਾ ਕਿ ਜਿੱਥੇ ਜ਼ਰੂਰਤ ਹੈ ਕੇਂਦਰ ਨਾਲ ਖੜਾ ਪੰਜਾਬ ਦੇ, ਸਮੇਂ ਦੀ ਮਜਬੂਰੀ ਹੈ, ਪਰ ਕਮੈਂਟ ਮੈਂ ਜ਼ਰੂਰ ਚਾਹਾਂਗਾ ਰਾਣਾ ਚਾਲ ਜੀ ਤੁਹਾਡੇ ਤੋਂ। ਜੀ ਦੇਖੋ ਜੀ, ਜਿੱਥੇ ਇਹਨਾਂ ਨੇ RDF ਦੀ ਗੱਲ ਕੀਤੀ ਨਾ, ਸ਼ਾਇਦ ਇਹਨਾਂ ਦੀ ਨੌਲੇਜ ਦੇ ਵਿੱਚ ਨਹੀਂ RDF ਇਹ ਸੀ ਵੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਨਲਾਇਕੀ ਇਹ ਰਹੀ ਵੀ RDF ਦਾ ਜਿਹੜਾ ਪੈਸਾ ਸੀ ਉਹ ਸਾਰੀ ਝੂਰੀਆਂ ਚਲਾਈ। ਤੇ ਇਸ ਵਾਰੀ ਜਿਹੜਾ ਇਹਨਾਂ ਕੋਲੇ ਜਬਨੀ, ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀਗੇ ਜਾਂ ਕੈਪਟਨ ਅਮਰਿੰਦਰ ਸਿੰਘ ਰਹੇ ਆ, ਉਹਨਾਂ ਨੇ ਲੋਕਾਂ ਦੀ ਭਲਾਈ ਤੇ RDF ਦਾ ਪੈਸਾ ਲਾਇਆ ਸੀ ਤੇ ਉਹਨਾਂ ਨੇ ਇਸ ਚੀਜ਼ ਦੇ ਚ ਤਜਵੀਜ਼ ਨਹੀਂ ਕੀਤੀ ਅਸੀਂ ਇਸ ਚੀਜ਼ ਦਾ ਜਵਾਬ ਦੇਵਾਂਗੇ ਤੁਹਾਨੂੰ, ਕਿਉਂਕਿ ਪੰਜਾਬ ਦਾ ਪੈਸਾ ਕਿੱਥੇ ਲਾਉਣਾ ਕਿੱਥੇ ਨਹੀਂ ਲਾਉਣਾ। ਪਰ ਆਮ ਆਦਮੀ ਪਾਰਟੀ ਉਸ ਦੇ ਵਿੱਚ ਜਾ ਕੇ ਇੱਕ ਬਾਉਂਡੇਸ਼ਨ ਦੇ ਵਿੱਚ ਆ ਗਈ ਕਿ ਅਸੀਂ ਜੀ ਜਵਾਬ ਦੇਵਾਂਗੇ ਇਹਦਾ। ਹੁਣ ਜਵਾਬ ਇਹਨਾਂ ਕੋਲ ਹੈ ਨਹੀਂ,
ਵੀ Okay, ਅਸੀਂ okay. ਲਾਈ ਕਿੱਥੇ ਜਾਂਦੇ ਆ ਪੰਜਾਬ ਦਾ ਪੈਸਾ? ਇਸ ਗੱਲ ਕਰਕੇ ਪੰਜਾਬ ਦਾ ਪੈਸਾ ਜਿਹੜਾ ਉਹ ਰੁਕਿਆ ਪਿਆ। ਥੈਂਕ ਯੂ ਵੈਰੀ ਮਚ ਕਪੂਰ ਜੀ। 2 ਲਾਈਨਾਂ, ਮੇਰੀ ਮਜਬੂਰੀ ਹੈ ਸਮੇਂ ਦੀ ਕਪੂਰ ਸਾਹਿਬ, 2 ਲਾਈਨਾਂ। ਬਸ ਮੈਂ ਇਹ ਦੱਸਣਾ ਚਾਹਨਾ ਰਾਣਾ ਸਾਹਿਬ ਨੂੰ ਕਿ ਵੀ ਜਿਹੜਾ ਜਿਸ ਪਰ ਸਕੀਮ ਲਈ ਪੈਸਾ ਆਉਂਦਾ ਹੈ ਨਾ ਸੈਂਟਰ ਤੋਂ, ਉਹਦੇ ਵਾਸਤੇ ਹੀ ਯੂਜ਼ ਕਰਨਾ ਹੁੰਦਾ ਹੈ, ਕਿਸੇ ਦੂਸਰੀ ਸਕੀਮ ਤੋਂ ਪੈਸਾ Okay. ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਇਹ ਬਹੁਤ ਕਲੀਅਰ ਕੱਟ ਵਰਸ਼ਨ ਹੈ। ਚਲੋ ਥੈਂਕ ਯੂ ਵੈਰੀ ਮਚ, ਥੈਂਕ ਯੂ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬ ਦੇ ਵੱਡੇ ਮੁੱਦੇ ਤੇ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਗਵਰਨਰ ਕਿਸ ਕਦਰ ਟਕਰਾਅ ਹੈ, ਪੰਜਾਬ ਵੱਡੇ ਸੰਕਟ ਦੀ ਨਿਕਲਿਆ। ਇਸ ਸੰਕਟ ਦੇ ਚਲਦਿਆਂ 2 ਵੱਡੇ ਆਗੂਆਂ ਦਾ ਟਕਰਾਅ ਪੰਜਾਬ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਏਗਾ, ਇਹਨਾਂ ਮੁੱਦਿਆਂ ਤੇ ਸਾਡੇ ਮਹਿਮਾਨਾਂ ਨੇ ਆਪੋ ਆਪਣੀ ਨਜ਼ਰੀਆ, ਆਪੋ ਆਪਣੀ ਰਾਏ ਦਿੱਤੀ ਹੈ। ਆਪਾਂ ਤੁਹਾਡੇ ਸਾਰਿਆਂ ਵੱਲੋਂ ਧੰਨਵਾਦੀ ਹਾਂ। ਤੇ ਜੀ ਨਾਲ ਹੀ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।